ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੂਤਰ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 26 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਕਰਦੇ ਆ ਰਹੇ ਨੇ। ਹੈਲਥ ਇੰਸ਼ੋਰੈਂਸ, ਮੈਡੀਕੇਅਰ, ਮੈਡੀਕਲ ਦੇ ਲਈ ਅਪਲਾਈ ਕਰਨਾ ਹੈ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ ਲਈ ਕਾਲ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ 60% ਤੱਕ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ ਨਿਰਮਲ ਮਾਨ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੀ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ ਸਰੋਤਿਓ, ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ, ਅੱਜ US ਦੇ ਵਿੱਚ ਹਰਮੀਤ ਕੌਰ ਢਿੱਲੋਂ, ਜੋ ਕਿ ਇੱਕ ਨੋਮਨੀ ਹੈਗੇ ਆ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ, ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ, ਕਨਫਰਮੇਸ਼ਨ ਹੀਅਰਿੰਗ ਬਿਫੋਰ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ। ਆਪਾਂ ਟਰਾਈ ਕਰਾਂਗੇ ਜੀ ਕੁਛ ਉਹਦੇ ਪਲ ਵੀ ਤੁਹਾਡੇ ਨਾਲ ਸਾਂਝੇ ਕਰ ਸਕੀਏ। ਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ, ਸਿੱਖ ਗੁਰੂ ਘਰਾਂ ਨੇ ਲੈਟਰ ਵੀ ਲਿਖਿਆ ਹੈਗਾ ਸੈਨੇਟ ਜੁਡੀਸ਼ਰੀ ਕਮੇਟੀ ਨੂੰ। ਕੁਛ ਆਰਗੇਨਾਈਜੇਸ਼ਨਸ ਨੇ ਇਨਡਾਇਰੈਕਟਲੀ ਵਿਰੋਧ ਵੀ ਕੀਤਾ ਹੈਗਾ ਆ। ਸੋ ਉਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਹੋਰ ਕੀ ਕੁਝ ਅਮਰੀਕਾ ਦੇ ਵਿੱਚ ਦੁਨੀਆ 'ਚ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹੈਗੇ ਆ। ਪਹਿਲੀ ਖਬਰ ਵੱਲ ਆਈਏ ਤੇ ਜਿਸ ਤਰ੍ਹਾਂ US ਦੀ ਜਿਹੜੀ ਬਜਟ ਬਿੱਲ ਹੈਗਾ ਆ, ਉਹ ਹਾਊਸ ਦੇ ਵਿੱਚ ਪਾਸ ਹੋ ਗਿਆ ਹੈਗਾ। ਕੱਲ ਸ਼ਾਮ ਨੂੰ, ਰਾਤ ਨੂੰ ਉਹਦੀ ਜਿਹੜੀ ਆ ਵੋਟਿੰਗ ਹੋਈ ਆ ਤੇ ਅਪਰੂਵ ਕਰ ਦਿੱਤਾ ਗਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਹੀ ਏਜੰਡਾ ਹੈ ਉਹਦੇ ਵਿੱਚ। ਸੋ 2017 ਦਾ ਟੈਕਸ ਕੱਟ ਨੂੰ ਐਕਸਟੈਂਡ ਕਰਨਾ ਤੇ ਇਸ ਤੋਂ ਬਿਨਾਂ ਡਿਫੈਂਸ ਨੂੰ ਬੂਸਟ ਕਰਨਾ, ਇਹ ਸਾਰਾ ਕੁਝ ਜਿਹੜਾ ਆ ਉਹਦੇ ਵਿੱਚ ਜੋ ਪਾਸ ਹੋਇਆ ਹੈਗਾ। ਸੋ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਇਹਨਾਂ ਨੂੰ ਇੰਨੀਆਂ ਵੋਟਸ ਨਾ ਮਿਲ ਸਕਣ। ਟਰੰਪ ਉਹਨਾਂ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਕਿਹਾ ਵੀ ਬਿਗ ਫਸਟ ਸਟੈਪ ਵਿਨ ਫॉर ਸਪੀਕਰ ਮਾਈਕ ਜੌਨਸਨ ਐਂਡ ਅਮਰੀਕਾ। ਇਹ ਉਹਨਾਂ ਨੇ ਆਪਣਾ ਜਿਹੜਾ ਟਰੂਥ ਸੋਸ਼ਲ ਆ ਉਹਦੇ ਉੱਤੇ ਪੋਸਟ ਪਾਈ ਹੈਗੀ ਆ। ਕਹਿੰਦੇ ਭਈ ਹਾਊਸ ਨੇ 217 ਦੇ ਮੁਕਾਬਲੇ 215 ਵੋਟ, ਸੋ ਆਲਮੋਸਟ ਪਾਰਟੀ ਲਾਈਨਸ ਦੇ ਉਸੇ ਤਰ੍ਹਾਂ ਗਿਆ ਜਿਸ ਤਰ੍ਹਾਂ ਰਿਪਬਲਿਕਨ ਤੇ ਕਾਂਗਰਸ ਦੀਆਂ ਸੀਟਸ ਹੈਗੀਆਂ ਆ। ਸੋ ਇੱਕ ਸਿਰਫ ਰਿਪਬਲਿਕਨ ਟੌਮ ਮੈਸੀ ਜੋ ਕੰਟਕੀ ਤੋਂ ਆ, ਉਹਨਾਂ ਨੇ ਇਹਦੇ ਅਗੇਂਸਟ ਵੋਟ ਪਾਈ ਹੈਗੀ ਆ। $4.5 ਟ੍ਰਿਲੀਅਨ ਦਾ ਬਜਟ ਕੱਟ, ਟੈਕਸ ਕੱਟ ਜਿਹੜੇ ਆ ਉਹ ਕਿੱਥੋਂ ਆਉਣਗੇ? ਉਹਦੇ ਲਈ ਹੁਣ ਫੰਡਿੰਗ ਦੀ ਜਿਹੜੀ ਕਹਿੰਦੇ ਵੀ ਰੌਲਾ ਪੈ ਰਿਹਾ ਆ। ਕਹਿੰਦੇ ਵੀ ਕੀ ਮੈਡੀਕੇਡ ਕੱਟ ਕੇ, ਸੋਸ਼ਲ ਸਿਕਿਉਰਿਟੀ ਦੇ ਵਿੱਚੋਂ ਮਨੀ ਕੱਟ ਕੇ ਸ਼ਾਇਦ ਜਿਹੜੇ ਬਿਲੀਅਨਰਸ ਆ ਉਹਨਾਂ ਨੂੰ ਜਿਹੜੇ ਟੈਕਸ ਕੱਟ ਆ ਉਹ ਦਿੱਤੇ ਜਾਣਗੇ, ਜਿੱਥੇ ਆਮ ਲੋਕਾਂ ਦੀ ਸਹੂਲਤ ਦੇ ਲਈ ਜਿਹੜੀ ਰਾਸ਼ੀ ਰੱਖੀ ਜਾਂਦੀ ਸੀ ਉਹ ਉਹਦੇ ਵਿੱਚੋਂ ਕੱਢ ਕੇ ਉਧਰ ਨੂੰ ਦਿੱਤੀ ਜਾਊਗੀ। ਸੋ ਇਹ ਇੱਕ ਜਿਹੜਾ ਨਵਾਂ ਜਿਹੜਾ ਵਿਵਾਦ ਆ ਇਸ ਟੈਕਸ ਕੱਟਸ ਨੂੰ ਲੈ ਕੇ ਨਾਲ ਚੱਲ ਰਿਹਾ। ਇਸੇ ਬਿੱਲ ਦੇ ਵਿੱਚ 340 ਤੋਂ 350 ਬਿਲੀਅਨ ਡਾਲਰ ਦੀ ਬਾਰਡਰ ਦੀ ਤੇ ਸਿਕਿਉਰਿਟੀ ਦੀ ਮਦ ਵੀ ਉਸ ਦੇ ਵਿੱਚ ਰੱਖੀ ਗਈ ਆ। ਜਿਹੜੇ ਕਾਫੀ ਜਿਹੜੇ ਆਈ ਥਿੰਕ ਤਕਰੀਬਨ $1 ਟ੍ਰਿਲੀਅਨ, 1 ਜਾਂ 2 ਟ੍ਰਿਲੀਅਨ ਉਹਨਾਂ ਨੇ
ਜਿਹੜਾ ਜੀ ਕੱਟ ਕਰਨਾ ਆ ਅਗਲੇ 10 ਸਾਲਾਂ ਦੇ ਵਿੱਚ ਗਵਰਨਮੈਂਟ ਦੀ ਸਪੈਂਡਿੰਗ ਦੇ ਵਿੱਚੋਂ। ਸੋ ਉਹ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕੱਲ ਬਹੁਤ ਹੀ ਨੈਰੋ ਮਾਰਜਨ ਦੇ ਨਾਲ ਇਹ ਬਿੱਲ ਪਾਸ ਜਿਹੜਾ ਉਹ ਹੋ ਗਿਆ ਹੈਗਾ ਆ, ਤੇ ਹੁਣ ਇਸ ਬਜਟ ਨੂੰ ਇਵੈਂਚੁਅਲੀ ਜਿਹੜਾ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਲਿਆਂਦਾ ਜਾਊਗਾ, ਇਹ ਗੱਲ ਦੇਖਣ ਵਾਲੀ ਰਹੂਗੀ। 2017 ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਨੇ ਪਹਿਲਾ ਕਾਰਜਕਾਲ ਸ਼ੁਰੂ ਕੀਤਾ ਸੀ, ਉਦੋਂ ਵੀ ਉਹਨਾਂ ਨੇ ਕਾਫੀ ਵੱਡੇ ਜਿਹੜੇ ਟੈਕਸ ਕੱਟ ਆ ਉਹ ਦਿੱਤੇ ਸੀਗੇ। ਸੋ ਉਸੇ ਟੈਕਸ ਕੱਟ ਨੂੰ ਬਾਅਦ ਦੇ ਵਿੱਚ ਬਾਈਡਨ ਹੋਣਾ ਨੇ ਹਟਾਤਾ ਸੀ, ਤੇ ਹੁਣ ਜਿਹੜੇ ਟਰੰਪ ਹੋਣਾ ਨੇ ਆ ਕੇ ਮੁੜ ਦੁਬਾਰਾ ਉਹ ਜਿਹੜੇ ਟੈਕਸ ਕੱਟ ਆ ਉਹਨਾਂ ਨੂੰ ਐਕਸਟੈਂਡ ਕਰਨ ਦੀ ਗੱਲ ਆਖੀ ਆ। GOP ਦੇ ਬਿੱਲ ਦੇ ਵਿੱਚ $4 ਟ੍ਰਿਲੀਅਨ ਡੈਟ ਲਿਮਿਟ ਨੂੰ ਵਧਾਉਣ ਦੀ ਜਿਹੜੀ ਗੱਲ ਆਖੀ ਆ। ਫਿਸਕਲ ਕੰਜ਼ਰਵੇਟਿਵ ਤਰੀਕੇ ਦੇ ਵਿੱਚ ਇਹ ਹੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਜਿਹੜੇ ਕੁਛ ਟੈਕਸ ਕੱਟ ਕਰਕੇ ਉਧਰ ਜਿਹੜੇ ਮਨੀ ਜਾਊਗੀ, ਪਰ ਓਵਰਆਲ ਜਿਹੜੀ ਨਾਲ ਦੇ ਨਾਲ ਮਨੀ ਜਿਹੜੀ ਆ 10 ਸਾਲ ਦੀ ਈਅਰਲੀ ਸਪੈਂਡਿੰਗ ਆ, 10 ਸਾਲ ਦੀ ਸਪੈਂਡਿੰਗ ਆ, ਉਹਦੇ ਵਿੱਚ ਕਟੌਤੀ ਹੋਊਗੀ, ਤੇ ਨਾਲ ਕਰਜ਼ਾ ਚੱਕਣ ਦੀ ਲਿਮਿਟ ਆ ਸਰਕਾਰ ਦੀ ਉਹ ਵੀ ਉਹਨਾਂ ਨੇ ਵਧਾ ਲਈ ਹੈਗੀ ਆ। ਸੋ ਕਾਫੀ ਕਹਿ ਲਓ ਵੀ ਨੈਰੋ ਮਾਰਜਨ ਦੇ ਨਾਲ ਸੀ ਕੱਲ। ਬਹੁਤ ਕਹਿ ਲਓ ਵੀ ਅਪ ਐਂਡ ਡਾਊਨ ਇਸ ਬਿੱਲ ਨੂੰ ਪਾਸ ਹੋਣ ਤੋਂ ਪਹਿਲਾਂ ਕੰਮ ਜਿਹੜਾ ਉਹ ਚੱਲਦਾ ਰਿਹਾ। ਇੱਕ ਟਾਈਮ ਦੇ ਉੱਤੇ ਸਪੀਕਰ ਜੌਨਸਨ ਆ, ਉਹਨਾਂ ਨੇ ਸ਼ਾਇਦ ਇਸ ਦੇ ਉੱਤੇ ਵੋਟ ਨਹੀਂ ਸੀ ਕਰਾਉਣੀ, ਪਰ ਰਾਤ ਪੈਂਦਿਆਂ ਤੱਕ ਵੋਟ ਕਰਾ ਕੇ ਜਦ ਉਹਨਾਂ ਨੂੰ ਲੱਗਾ ਵੀ ਹਾਂ ਮੈਜੋਰਟੀ ਆਪਣੇ ਕੋ ਹੈਗੀ ਆ, ਚਾਹੇ ਨੈਰੋ ਹੀ ਸਹੀ, 2 ਵੋਟਾਂ ਦਾ ਹੀ ਚਾਹੇ ਫਰਕ ਸੀਗਾ, ਪਰ ਉਹਨਾਂ ਨੇ ਜਿਹੜੀ ਵੋਟ ਆ ਉਹ ਕਰਾ ਕੇ ਇਸ ਬਿੱਲ ਨੂੰ ਉੱਥੇ ਹੁਣ ਪਾਸ ਕਰਾ ਦਿੱਤਾ ਆ। ਸੋ 2017 ਵਾਲੇ ਜਿਹੜੇ ਟੈਕਸ ਕੱਟ ਤੇ ਜੌਬ ਐਕਟ ਦੇ ਪ੍ਰੋਵੀਜ਼ਨ ਆ ਉਹ ਮੁੜ ਦੁਬਾਰਾ ਆਪਾਂ ਨੂੰ ਹੁਣ ਦੇਖਣ ਨੂੰ ਮਿਲਣਗੇ। ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਵਾਸ਼ਿੰਗਟਨ ਪਹੁੰਚ ਰਹੇ ਆ, ਤੇ ਉਹ ਜਦੋਂ ਪਹੁੰਚਣਗੇ ਤੇ US ਤੇ ਯੂਕਰੇਨ ਦਾ ਜਿਹੜਾ ਐਗਰੀਮੈਂਟ ਹੈ, ਇੱਕ ਫਰੇਮਵਰਕ ਬਣਾਇਆ ਗਿਆ ਮਿਨਰਲ ਰਿਸੋਰਸਿਸ ਨੂੰ ਲੈ ਕੇ ਯੂਕਰੇਨ ਦੇ ਵਿੱਚ, ਉਹਦੇ ਉੱਤੇ ਸਾਈਨ ਕੀਤੇ ਜਾਣਗੇ। ਇਹ ਅੱਜ ਵਾਈਟ ਹਾਊਸ ਵੱਲੋਂ ਸਟੇਟਮੈਂਟ ਜਾਰੀ ਹੋਈ ਹੈਗੀ ਆ। ਸੋ ਜਿਹੜੇ ਲੋਕ ਇਸ ਮੈਟਰ ਦੇ ਨਾਲ ਜਾਣਕਾਰੀ ਰੱਖਦੇ ਆ, ਉਹਨਾਂ ਨੇ ਇੱਕ ਕੰਡੀਸ਼ਨ ਆਫ ਅਨੋਨਿਮਿਟੀ ਦੇ ਉੱਤੇ ਦੱਸਿਆ ਆ ਵੀ ਉਹ ਪਬਲਿਕਲੀ ਤਾਂ ਨਹੀਂ ਬੋਲ ਸਕਦੇ ਹੈਗੇ ਇਹਦੇ ਸੰਬੰਧ ਦੇ ਵਿੱਚ, ਪਰ ਜੋ ਕੀਵ ਆ ਯੂਕਰੇਨ, ਮਤਲਬ ਮੁਲਕ ਯੂਕਰੇਨ ਦੀ ਰਾਜਧਾਨੀ ਆ, ਸੋ ਬਿਲਕੁਲ ਐਗਰੀਮੈਂਟ ਦੇ ਉੱਤੇ ਆ ਗਏ ਆ। ਪਰ ਇਸ ਐਗਰੀਮੈਂਟ ਦੇ ਨਾਲ US ਮਿਲਟਰੀ ਦੀ ਸਪੋਰਟ ਯੂਕਰੇਨ ਨੂੰ ਅਰਜੈਂਟਲੀ ਬੇਸਿਸ ਦੇ ਉੱਤੇ ਦਊਗਾ। ਸੋ ਹੁਣ ਇੱਕ ਤਰ੍ਹਾਂ ਦੇ ਨਾਲ ਫਿਰ ਰਸ਼ੀਆ ਦੇ ਉੱਤੇ ਵੀ ਪ੍ਰੈਸ਼ਰ ਹੋਊਗਾ, ਕਿਉਂਕਿ ਰਸ਼ੀਆ ਵਾਲਿਆਂ ਇਹ ਸੋਚ ਰਹੇ ਸੀ ਵੀ ਜਿਸ ਹਿਸਾਬ ਦੇ ਨਾਲ ਟਰੰਪ ਹੋਣਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਸਿਫਤ ਵੀ ਕੀਤੀ ਆ, UN ਦੇ ਵਿੱਚ ਵੋਟ ਵੀ ਉਹਨਾਂ ਦੇ ਹੱਕ ਦੇ ਵਿੱਚ ਪਾਈ ਆ ਵੀ ਵਨ ਸਾਈਡਡ ਹੋਊਗਾ। ਸੋ ਇੱਧਰ ਜੋ ਜ਼ੈਲੈਂਸਕੀ ਆ ਉਹਦੀ ਬਾਂਹ ਮਰੋੜ ਕੇ ਸੋ ਬਿਲਕੁਲ ਜਿਹੜੇ ਮਿਨਰਲਸ ਹੈਗੇ ਆ ਯੂਕਰੇਨ ਦੇ, ਉਹਨਾਂ ਦੀ ਜਿਹੜੀ ਐਗਰੀਮੈਂਟ ਆ ਵੀ ਹਾਂ ਅਮਰੀਕਾ ਵਾਲੇ ਉਹਨਾਂ ਨੂੰ ਯੂਜ਼ ਕਰਨਗੇ, ਉਹਨਾਂ ਨੂੰ ਲੈ ਕੇ ਆਣਗੇ। ਸੋ ਸ਼ੁੱਕਰਵਾਰ ਨੂੰ ਪ੍ਰੈਜ਼ੀਡੈਂਟ ਜ਼ੈਲੈਂਸਕੀ ਹੁਣੀ ਪਹੁੰਚ ਰਹੇ ਆ ਅਮਰੀਕਾ ਦੇ ਵਿੱਚ। ਵਾਈਟ ਹਾਊਸ ਵੱਲੋਂ ਸਟੇਟਮੈਂਟ ਜਾਰੀ ਹੋਈ ਆ ਤੇ ਐਗਰੀਮੈਂਟ ਕੀਤਾ ਜਾਊਗਾ ਦੋਨਾਂ ਮੁਲਕਾਂ ਦੇ ਵਿੱਚ। ਇਹ ਮਿਨਰਲਾਈਟਸ ਨੂੰ, ਮਿਨਰਲਸ ਜੋ ਉੱਥੇ ਹੈਗੇ ਬਹੁਤ ਹੀ ਇੰਪੋਰਟੈਂਟ ਮਿਨਰਲਸ ਆ ਜਿਹੜੇ ਚਾਈਨਾ ਤੋਂ ਬਹੁਤ ਵਾਰ ਅਮਰੀਕਾ ਵਾਲੇ ਲੈਂਦੇ ਸੀ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਵੱਡੀ ਬਿਗ ਡੀਲ ਹੈਗੀ ਆ, ਟ੍ਰਿਲੀਅਨਸ ਆਫ ਡਾਲਰ ਵਰਥ ਆਫ ਜਿਹੜਾ ਫਿਊਚਰ ਦੇ ਵਿੱਚ ਅਮਰੀਕਾ ਦੇ ਲਈ ਉਹ ਫਾਇਦਾ ਹੋਊਗਾ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲਿਵਿਟ ਨੇ ਵੀ ਰਿਪੋਰਟਰ ਨੂੰ ਇਹ ਦੱਸਿਆ ਵੀ ਜਿਹੜੇ ਕ੍ਰਿਟੀਕਲ ਮਿਨਰਲ ਡੀਲ ਹੈਗੀ ਆ ਤੇ ਰੇਅਰ ਅਰਥ ਡੀਲ ਆ, ਇਹ ਬਿਲਕੁਲ ਸਾਈਨ ਹੋਣ ਜਾ ਰਹੀ ਹੈਗੀ ਜੀ। ਬਿਲਕੁਲ। ਸੋ ਕਹਿੰਦੇ ਵੀ ਸ਼ੁੱਕਰਵਾਰ ਨੂੰ ਜ਼ੈਲੈਂਸਕੀ ਇੱਥੇ ਆ ਸਕਦੇ ਆ। ਡਰਾਫਟ ਜਿਹੜਾ ਇਸ ਦਾ ਲਿਖਿਆ ਜਾ ਰਿਹਾ ਆ। ਸੋ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਯੂਕਰੇਨ ਦੇ, ਉਹ ਸ਼ੁੱਕਰਵਾਰ ਨੂੰ ਇੱਥੇ ਪਰਸੋਂ ਨੂੰ ਕਹਿੰਦੇ ਵੀ ਪਹੁੰਚ ਰਹੇ ਆ ਸ਼ਾਇਦ, ਤਾਂ ਉਹ ਇਸੇ ਡੀਲ ਨੂੰ ਲੈ ਕੇ ਹੀ ਅੱਗੇ ਗੱਲਬਾਤ ਜਿਹੜੀ ਉਹ ਕਰਨਗੇ। ਇਸ ਤੋਂ ਪਹਿਲਾਂ ਜਦ ਟਰੰਪ ਹੋਣਾ ਨੇ ਯੂਕਰੇਨ ਤੋਂ ਬਗੈਰ ਰਸ਼ੀਆ ਦੇ ਨਾਲ ਸਿੱਧੀ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ, ਇਤਰਾਜ਼ ਜਿਹੜਾ ਆ ਜ਼ੈਲੈਂਸਕੀ ਦਾ ਇਸ ਉੱਤੇ ਰਿਹਾ ਸੀਗਾ। ਸੋ ਇਹ ਜਿਹੜੀ ਚੀਜ਼ ਨੂੰ ਲੈ ਕੇ ਉਸਨੇ ਬਾਰ-ਬਾਰ ਕਿਹਾ ਸੀਗਾ ਵੀ ਸਾਡੀ ਸ਼ਮੂਲੀਅਤ ਤੋਂ ਬਗੈਰ ਕੋਈ ਵੀ ਜਿਹੜਾ ਸਮਝੌਤਾ ਆ ਉਹ ਨਹੀਂ ਹੋਊਗਾ, ਜਿਸ ਨੂੰ ਅਸੀਂ ਨਹੀਂ ਮੰਨਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਤਲਖੀ 'ਚ ਆ ਕੇ ਉਸਨੇ ਅਸਤੀਫਾ ਦੇਣ ਦੀ ਵੀ ਜਿਹੜੀ ਗੱਲ
ਆਖੀ ਸੀਗੀ। ਇਲੈਕਸ਼ਨ ਜਿਹੜੀਆਂ ਡਿਊ ਸੀ ਉੱਥੇ ਕਹਿੰਦੇ ਵੀ ਅਜੇ ਤੱਕ ਨਹੀਂ ਹੋਈਆਂ, ਜਿਸ ਤੋਂ ਬਾਅਦ 'ਚ ਟਰੰਪ ਹੋਣਾ ਨੇ ਜ਼ੈਲੈਂਸਕੀ ਨੂੰ ਡਿਕਟੇਟਰ ਆਖ ਦਿੱਤਾ ਸੀ। ਪੁਤਿਨ ਨੂੰ ਡਿਕਟੇਟਰ ਆਖਣ ਤੋਂ ਉਹਨਾਂ ਨੇ ਬੁੱਲ ਜਿਹੜੇ ਉਹ ਬੰਦ ਕਰ ਲਏ ਸੀਗੇ, ਜਾਂ ਕਹਿ ਲਓ ਵੀ ਉਹਨਾਂ ਨੇ ਗੱਲ ਆਪਣੀ ਪਿੱਛੇ ਖਿੱਚ ਲਈ ਸੀ ਜਦ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਹੋ ਗਿਆ ਸੀਗਾ। ਸੋ ਹੁਣ $500 ਬਿਲੀਅਨ ਦੀ ਮੰਗ ਵੀ ਕਰਤੀ ਸੀਗੀ ਟਰੰਪ ਹੋਣਾ ਨੇ ਯੂਕਰੇਨ ਤੋਂ ਵੀ, ਭਾਈ ਤੁਸੀਂ ਸਾਨੂੰ ਵਾਪਸ ਦੇਣੇ ਆ। ਸੋ ਇਹ ਉਸੇ ਸੰਦਰਭ ਦੇ ਵਿੱਚ ਨਾਲ ਇਹ ਡੀਲ ਜਿਹੜੀ ਉਹ ਹੋ ਰਹੀ ਆ, ਕਿਵੇਂ ਜਿਹੜਾ ਇਸ ਦੇ ਵਿੱਚ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਆ। ਉਧਰ ਰਾਸ਼ਟਰਪਤੀ ਟਰੰਪ ਨੇ ਕੱਲ ਟਰੁਥ ਸੋਸ਼ਲ ਦੇ ਉੱਤੇ ਇੱਕ AI ਦੀ ਵੀਡੀਓ ਗਾਜ਼ਾ ਦੀ ਪਾ ਕੇ ਕਹਿ ਲਓ ਵੀ ਸਾਰਿਆਂ ਨੂੰ ਸੁੱਤਿਆਂ ਨੂੰ ਹੀ ਉਠਾ ਦਿੱਤਾ। ਜਿਹੜਾ ਰਿਵੀਏਰਾ ਦੀ ਗੱਲ ਉਹ ਕਰ ਰਹੇ ਸੀ, ਟਰੰਪ ਹੁਣਾਂ ਦਾ ਆਪਣਾ ਬੁੱਤ ਸੋਨੇ ਦਾ ਉੱਥੇ ਬਣਾਇਆ ਦਿਖਾਇਆ ਗਿਆ। ਈਲੋਨ ਮਸਕ ਖੁਦ ਆਪ, ਨਿਤਨਯਾਹੂ, ਉਹ ਸਾਰੇ ਜਾਣੇ ਜਿਹੜੇ ਆ ਇਸ ਦੇ ਵਿੱਚ ਦੇਖੇ ਗਏ ਵੀ ਵੱਡੀਆਂ ਵੱਡੀਆਂ ਬਿਲਡਿੰਗਸ ਉੱਥੇ ਉਸਰ ਰਹੀਆਂ ਆ। ਬੈਲੀ ਡਾਂਸ ਕਰਦੇ ਦਾੜੀ ਵਾਲੇ ਜਿਹੜੇ ਬੰਦੇ ਆ ਉਹ ਉੱਥੇ ਉਹਨਾਂ ਨੇ ਦਿਖਾਏ ਹੈਗੇ ਆ, ਤੇ ਕਿਸ ਤਰੀਕੇ ਦੇ ਨਾਲ ਟੌਪਲੈਸ ਹੋ ਕੇ ਉੱਥੇ ਕਹਿੰਦੇ ਵੀ ਸਵਿਮਿੰਗ ਪੂਲ ਦੇ ਕੰਢੇ ਜਿਹੜੇ ਆ ਉਹ ਇੰਜੋਏ ਕਰਦੇ ਦਿਖਾਏ ਗਏ ਆ। ਇਸ ਮੌਕੇ ਗਾਜ਼ਾ ਦੇ ਵਿੱਚ ਤਾਂ ਕਹਿ ਲਓ ਵੀ ਕਹਿਰ ਜਿਹੜਾ ਉਹ ਮਚਿਆ ਹੋਇਆ ਆ, ਜਿੱਥੇ ਕਿ 2 ਮਿਲੀਅਨ ਲੋਕ ਘਰੋਂ ਬੇਘਰ ਹੋਏ ਆ। ਘਰਾਂ ਦੇ ਘਰ, ਇਲਾਕਿਆਂ ਦੇ ਇਲਾਕੇ ਪੂਰੀ ਤਰ੍ਹਾਂ ਜਿਹੜੇ ਉਹ ਤਬਾਹ ਹੋ ਚੁੱਕੇ ਆ। ਸੋ ਟਰੰਪ ਹੁਣਾਂ ਦਾ ਜਿਹੜਾ ਪ੍ਰਾਪਰਟੀ ਡਿਵੈਲਪਮੈਂਟ ਪਲਾਨ ਆ ਗਾਜ਼ਾ ਦੇ ਲਈ, ਉਹਦੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਪੇਸ਼ਕਾਰੀ ਇਸ AI ਜਨਰੇਟਡ ਵੀਡੀਓ ਦੇ ਨਾਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਕਾਫੀ ਜ਼ਿਆਦਾ ਬੈਕਲੈਸ਼ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਕਹਿੰਦੇ ਵੀ ਜਿੱਦਾਂ ਦੁਬਈ ਸਟਾਈਲ ਰਿਜ਼ੋਰਟ, ਸਕਾਈ ਸਕ੍ਰੇਪਰ, ਲਗਜ਼ਰੀ ਯਾਚ, ਉਹ ਸਾਰੀਆਂ ਚੀਜ਼ਾਂ ਇਹਨਾਂ ਦੀ AI ਦੀ ਇਸ ਵੀਡੀਓ ਦੇ ਵਿੱਚ ਦੇਖੀਆਂ। ਟਰੰਪ ਜੋ ਕਿ ਕਹਿੰਦੇ ਨੇ ਵੀ ਯੂਐਸ ਜਿਹੜਾ ਗਾਜ਼ਾ ਨੂੰ ਓਨ ਕਰਨਾ ਚਾਹੀਦਾ ਹੈ, ਉਹ ਓਨ ਕਰਦਾ ਆ। ਤੇ ਉਹਨਾਂ ਨੇ ਕਹਿੰਦੇ ਵੀ ਇਸ ਫੁਟੇਜ ਦੇ ਜ਼ਰੀਏ ਆਪਣਾ ਕਿਤੇ ਨਾ ਕਿਤੇ ਜਿਹੜਾ ਉਹ ਦਿਖਾਇਆ ਹੈ। ਗਾਜ਼ਾ 2025 ਕਰਕੇ ਉਹਨਾਂ ਨੇ ਜਿਹੜੇ AI ਦੇ ਨਾਲ ਜਨਰੇਟਡ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਆ ਉਹ ਸ਼ੇਅਰ ਕੀਤਾ। ਜਿੱਥੋਂ ਤੱਕ ਕਿ ਕਈ ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਸੀ, ਉਹਨਾਂ ਨੇ ਵੀ ਕਿਹਾ ਵੀ ਭਾਈ ਇਹ ਜਿਹੜੀ ਵੀਡੀਓ ਆ ਕਿਤੇ ਨਾ ਕਿਤੇ ਵੈਰੀ ਪੂਅਰ ਟੇਸਟ ਦੇ ਵਿੱਚ ਤੁਸੀਂ ਪੇਸ਼ ਕੀਤੀ ਆ। ਕਹਿੰਦੇ ਵੀ ਆਈ ਹੇਟ ਦਿਸ ਵੀਡੀਓ, ਆਈ ਲਵ ਆਵਰ ਪ੍ਰੈਜ਼ੀਡੈਂਟ, ਬਟ ਦਿਸ ਇਜ਼ ਹੌਰੀਬਲ। ਇਹ ਜਿਹੜੇ ਕਈ ਟਰੁਥ ਸੋਸ਼ਲ ਦੇ ਉੱਤੇ ਲੋਕਾਂ ਨੇ ਉਸ ਦੇ ਉੱਤੇ ਜਿਹੜੀਆਂ ਉਹ ਟਿੱਪਣੀਆਂ ਕੀਤੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਜਿਹੜਾ ਸਟੈਚੂ ਆ ਇਹ ਸਿੰਬਲ ਐਂਟੀ ਕ੍ਰਾਈਸਟ ਦਾ ਹੁੰਦਾ ਆ, ਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੂੰ ਆਪਣੇ ਆਪ ਨੂੰ ਹੰਬਲ ਕਰਨਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਹ ਟਰੰਪ ਹੁਣਾਂ ਨੇ ਕਿਤੇ ਕਹਿ ਸਕਦੇ ਵੀ ਦੇਰ ਸਵੇਰ ਰਾਤ ਨੂੰ ਜਦੋਂ ਵੀ ਕਿਤੇ ਉੱਠਦੇ ਆ ਤਾਂ ਇਦਾਂ ਦੀ ਚੀਜ਼ ਜਿਹੜੀ ਉਹ ਛੱਡ ਕੇ ਗੱਲਬਾਤ ਆ ਜਾਂ ਪਬਲਿਸਿਟੀ ਆ ਜਾਂ ਚਰਚਾ ਜਿਹੜੀ ਉਹ ਜ਼ਰੂਰ ਬਟੋਰ ਲੈਂਦੇ ਨੇ। ਪਰ ਇਹ ਕਹਿੰਦੇ ਵੀ ਓਵਰਆਲ ਗਾਜ਼ਾ ਦੇ ਲੋਕਾਂ ਦੇ ਲਈ, ਉੱਥੇ ਸਾਰਿਆਂ ਦੇ ਲਈ ਇੱਕ ਬੜੇ ਹੀ ਪੂਅਰ ਟੇਸਟ ਦੇ ਵਿੱਚ ਵੀਡੀਓ ਜਿਹੜੀ ਆ ਉਹ ਉਹਨਾਂ ਨੇ ਪੇਸ਼ ਕੀਤੀ ਆ। ਅਸਲ ਦੇ ਵਿੱਚ ਕੀ ਉਹਨਾਂ ਦਾ ਇਹੀ ਭਵਿੱਖ ਸੋਚਦੇ ਆ ਗਾਜ਼ਾ ਦੇ ਲਈ, ਉਹ ਕਹਿੰਦੇ ਵੀ ਵਿੱਚੋਂ ਕਿਤੇ ਨਾ ਕਿਤੇ ਡੁੱਲਦਾ ਨਜ਼ਰ ਆਇਆ ਆ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਕੱਲ ਵੀ ਸਾਂਝੀ ਕੀਤੀ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਇੱਕ 골ਡ ਕਾਰਡ, US ਦਾ 골ਡ ਕਾਰਡ ਲੋਕ ਲੈ ਸਕਦੇ ਹੈਗੇ ਆ $5 ਮਿਲੀਅਨ, ਜੇ ਉਹ ਲੈ ਕੇ ਆਉਂਦੇ ਆ 5 ਮਿਲੀਅਨ, ਸੋ $50 ਲੱਖ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਉਹ $5 ਮਿਲੀਅਨ ਲੈ ਕੇ ਆਉਂਦੇ ਆ ਅਮਰੀਕਾ ਦੇ ਵਿੱਚ, ਤੇ ਨੈਚੁਰਲੀ ਉਹ ਅਮੀਰ ਹੋਣਗੇ ਤੇ ਇੱਥੇ ਆ ਕੇ ਜਿਹੜਾ ਬਿਜ਼ਨਸ ਵੀ ਸਟਾਰਟ ਕਰਨਗੇ ਤੇ ਅਮਰੀਕਨ ਲੋਕਾਂ ਨੂੰ ਉਹ ਜੌਬਸ ਵੀ ਦੇਣਗੇ। ਸੋ ਇਹਦੇ ਨਾਲ ਉਹਨਾਂ ਨੇ ਇਹ ਵੀ ਇੰਡੀਕੇਸ਼ਨ ਦਿੱਤੀ ਹੈ ਵੀ ਜਿਹੜਾ EB-5 ਪ੍ਰੋਗਰਾਮ ਆ ਉਹ ਰਿਪਲੇਸ ਹੋ ਜਾਊਗਾ ਇਹਦੀ ਜਗ੍ਹਾ ਦੇ ਉੱਤੇ, ਤੇ ਕਾਂਗਰਸ ਦੀ ਉਹਨਾਂ ਨੂੰ ਅਪਰੂਵਲ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇਹ ਕੋਈ ਨਵੀਂ ਗੱਲ ਨਹੀਂ। 30 ਦੇ ਕਰੀਬ ਦੁਨੀਆ ਦੇ ਮੁਲਕ ਹੈਗੇ ਆ ਜਿਹੜੇ ਪੈਸੇ ਲੈ ਕੇ ਆਪਣੀ ਸਿਟੀਜ਼ਨਸ਼ਿਪ ਦਿੰਦੇ ਹੈਗੇ ਆ। ਸੋ $5 ਮਿਲੀਅਨ ਕਾਫੀ ਵੱਡਾ ਅਮਾਉਂਟ ਹੋਊਗਾ। ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ 5 ਮਿਲੀਅਨ ਤੋਂ ਲੈ ਕੇ $15 ਮਿਲੀਅਨ ਜੇ ਤੁਸੀਂ ਇਨਵੈਸਟ ਕਰਦੇ ਤਾਂ ਤੁਹਾਨੂੰ ਉੱਥੇ ਦੀ ਇਮੀਗ੍ਰੇਸ਼ਨ ਮਿਲ ਜਾਂਦੀ ਹੈਗੀ ਆ ਇਨਵੈਸਟਮੈਂਟ ਵੀਜ਼ਾ ਦੇ ਉੱਤੇ। ਸਿੰਗਾਪੁਰ ਦੇ ਵਿੱਚ $7.5 ਮਿਲੀਅਨ ਦੀ ਆ। ਹਾਂਗਕਾਂਗ ਦੇ ਵਿੱਚ $1.3 ਮਿਲੀਅਨ, ਮਾਲਟਾ ਦੇ ਵਿੱਚ $6,30,000, ਤੇ ਇਦਾਂ ਸਭ ਤੋਂ ਘੱਟ ਇੱਕ ਪੈਸੀਫਿਕ ਆਈਲੈਂਡ ਨੇਸ਼ਨ ਹੈਗਾ ਆ ਨਾਊਰੂ ਕਰਕੇ, ਉੱਥੇ ਦੀ ਸਿਟੀਜ਼ਨਸ਼ਿਪ $1,05,000 ਦੇ ਵਿੱਚ ਮਿਲ ਜਾਂਦੀ ਹੈਗੀ ਆ।
ਪਰ ਪ੍ਰੋਬਲਮ ਇੱਥੇ ਇਹ ਹੋਈ ਆ ਵੀ ਜੋ EB-5 ਵੀਜ਼ਾ ਪ੍ਰੋਗਰਾਮ ਆ, ਜਿਹਦੇ ਤਹਿਤ ਇਨਵੈਸਟਰਸ 8 ਲੱਖ ਤੋਂ ਲੈ ਕੇ $1,50,000 ਤੱਕ ਨਵੇਂ ਬਿਜ਼ਨਸ ਦੇ ਵਿੱਚ ਸੈਟਅਪ ਕਰਦੇ ਆ ਤੇ 10 ਦੇ ਕਰੀਬ ਜੌਬਸ ਕ੍ਰੀਏਟ ਕਰਦੇ ਆ, ਉਹਨਾਂ ਨੂੰ EB-5 ਵੀਜ਼ਾ ਮਿਲਦਾ, ਜਿਹਦੇ ਤਹਿਤ ਉਹ ਗ੍ਰੀਨ ਕਾਰਡ ਤੇ ਫਿਰ ਸਿਟੀਜ਼ਨ ਬਣ ਸਕਦੇ ਹੈਗੇ ਆ। ਹੁਣ ਇਹ ਜਿਹੜਾ ਪ੍ਰੋਗਰਾਮ ਸੀ ਇਹ 2027 ਤੱਕ ਅਪਰੂਵ ਕੀਤਾ ਗਿਆ ਸੀ। ਜੇ ਇਸ ਪ੍ਰੋਗਰਾਮ ਨੂੰ ਰਿਪਲੇਸ ਕੀਤਾ ਜਾਂਦਾ ਆ ਤੇ ਹੁਣ 2025 ਆ, ਉਹਨਾਂ ਲੋਕਾਂ ਦਾ ਕੀ ਬਣੂਗਾ ਜਿਨ੍ਹਾਂ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਅਪਲਾਈ ਕੀਤਾ ਹੋਇਆ ਇਸ ਪ੍ਰੋਗਰਾਮ ਦੇ ਤਹਿਤ। ਡੋਮਿਨਿਕ ਬੋਲੇਕ ਤੇ ਇੱਕ ਹੈਨਲੇ ਪਾਰਟਨਰਸ ਲਾਅ ਫਰਮ ਹੈਗੀ ਆ ਅਮਰੀਕਾ ਦੇ ਵਿੱਚ, ਉਹ ਕਹਿੰਦੇ ਵੀ ਜਿੱਦਣ ਦਾ ਕੱਲ ਦਾ ਅਨਾਉਂਸ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ, ਉਹਨਾਂ ਨੇ ਸਾਡੇ ਫੋਨ ਧੜਾ ਧੜ ਰਿੰਗ ਹੋ ਰਹੇ ਹੈਗੇ ਆ ਵੀ ਅਸੀਂ ਕਿਸ ਤਰ੍ਹਾਂ ਜਿਹੜੀ ਸਾਡੀ EB-5 ਵੀਜ਼ਾ ਦੀ ਐਪਲੀਕੇਸ਼ਨ ਆ ਉਹ ਐਕਸਲਰੇਟ ਕਰ ਸਕਦੇ ਆ, ਤੇਜ਼ੀ ਦੇ ਨਾਲ ਅਪਰੂਵ ਕਰਾ ਸਕਦੇ ਆ, ਕਿਉਂਕਿ ਨਹੀਂ ਤਾਂ ਉਹਨਾਂ ਦਾ ਉਹ ਸਾਰਾ ਕੁਝ ਜਾਣਾ ਆ। ਸੋ ਇਹਦੇ ਨਾਲ ਬਹੁਤ ਸਾਰੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਜਿਹੜਾ ਆ ਅਸਰ ਹੋਣਾ ਹੈਗਾ ਜੇ EB-5 ਵੀਜ਼ੇ ਦੀ ਨੂੰ ਖਤਮ ਕੀਤਾ ਜਾਂਦਾ, ਉਹਦੀ ਲਿਮਿਟ $5 ਮਿਲੀਅਨ ਕੀਤੀ ਜਾਂਦੀ ਆ। ਪਹਿਲਾਂ ਇਹ 5 ਲੱਖ ਦੇ ਕਰੀਬ ਹੁੰਦੀ ਸੀ, ਫਿਰ ਇਸ ਨੂੰ ਵਧਾ ਕੇ 8 ਲੱਖ ਕਰ ਦਿੱਤਾ ਗਿਆ। ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ ਕੈਨੇਡਾ ਤੋਂ $1.5 ਲੱਖ ਤੱਕ ਇੱਥੇ ਪਤਾ ਹੀ ਆਪਾਂ ਨੂੰ ਵੀਜ਼ਾ ਲੈ ਕੇ ਆਏ ਹੈਗੇ ਆ। ਸੋ ਭਾਰਤੀ ਮੂਲ ਦੇ ਬਹੁਤ ਸਾਰੇ ਖਾਸ ਕਰਕੇ H1B ਵੀਜ਼ੇ ਵਾਲੇ ਜਿਹੜੇ ਕਈ ਸਾਲਾਂ ਤੋਂ ਇੱਥੇ ਰਹਿੰਦੇ ਆ, ਉਹਨਾਂ ਦੀਆਂ ਤਨਖਾਹਾਂ ਸੋਹਣੀਆਂ ਹੋਣ ਕਰਕੇ ਥੋੜੇ ਪੈਸੇ ਵੀ ਇਕੱਠੇ ਕਰ ਲੈਂਦੇ ਤੇ ਉਹ ਫਿਰ EB-5 ਨੂੰ ਵੀ ਯੂਜ਼ ਕਰਦੇ ਹੈਗੇ ਗ੍ਰੀਨ ਕਾਰਡ ਲੈਣ ਦੇ ਲਈ। ਸੋ ਇਹਦੇ ਨਾਲ ਇਸ ਸਟੇਟਮੈਂਟ ਆਉਣ ਦੇ ਨਾਲ ਕਾਫੀ ਜ਼ਿਆਦਾ ਹੁਣ ਇਨਵੈਸਟਮੈਂਟ ਵੀਜ਼ੇ ਦੀ ਜਿਹੜਾ ਆ ਉਹਦੇ ਵਿੱਚ ਵੀ ਲੋਕਾਂ ਨੂੰ ਚਿੰਤਾ ਹੋਈ ਆ ਜਿਨ੍ਹਾਂ ਨੇ ਇਸ ਵੀਜ਼ੇ ਦੇ ਲਈ ਅਪਲਾਈ ਕੀਤਾ ਹੋਇਆ ਹੈਗਾ ਜੀ। ਸੋ ਲੱਖ ਸਵਾ ਲੱਖ ਦੇ ਲਈ ਇੰਨੇ ਲੋਕ ਤਾਂ ਨਹੀਂ ਅਜੇ ਲੈਣਾ ਲਾ ਰਹੇ ਸੀਗੇ। ਸੋ ਹੁਣ 5 ਮਿਲੀਅਨ ਦੇ ਲਈ ਕਿੱਦਾਂ ਜਿਹੜੇ ਉਹ ਆਉਣਗੇ, ਨਾਟ 1 ਲੱਖ ਦੇ ਲਈ, 1 ਮਿਲੀਅਨ ਦੇ ਲਈ। ਸੋ EB-5 ਦੇ ਤਹਿਤ ਆ ਰਹੇ ਆ ਜਿਹੜੇ ਥੋੜੇ ਬਹੁਤੇ ਜਿਨ੍ਹਾਂ ਦੇ ਕੋਲ ਮਨੀ ਹੈਗੀ ਆ। ਸੋ ਉਸ ਨੂੰ ਉੱਤੇ ਜਿਹੜਾ ਉਹ ਕੀਤਾ ਜਾ ਰਿਹਾ। ਸੋ ਗੋਲਡ ਕਾਰਡ ਦੀ ਗੱਲ ਜਿਹੜੀ ਇਸ ਦੇ ਵਿੱਚ ਹੋ ਰਹੀ ਆ। ਸੋ ਜੇ ਪਹਿਲਾਂ ਤੁਸੀਂ ਕੋਈ EB-5 ਦੇ ਵਿੱਚ ਨਹੀਂ ਸੀਗਾ ਤਾਂ ਫਿਰ ਉਹਦੀ ਵੀ ਆਪਸ਼ਨ ਜਿਹਦੇ ਕੋਲ ਨਹੀਂ ਸੀ, ਹੁਣ ਗੋਲਡ ਕਾਰਡ ਤਾਂ ਫਿਰ ਹੁਣ ਉਹ ਤੋਂ 5 ਗੁਣਾ ਹੋਰ ਕੀਮਤ ਉਸ ਦੀ ਜਿਹੜੀ ਉਹ ਵੱਧ ਗਈ ਆ। ਕੰਮ ਥੋੜਾ ਹੋਰ ਔਖਾ ਹੋ ਗਿਆ। ਕੱਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਤਾਂ ਜ਼ਰੂਰ ਸੀਗਾ ਵੀ ਓਲੀਗਾਰਕ ਜਿਹੜੇ ਹੈਗੇ ਨੇ ਉਹ ਵੀ ਆ ਸਕਦੇ ਨੇ, ਪਰ ਕਹਿੰਦੇ ਮੈਂ ਵੀ ਜਾਣਦਾ ਵੀ ਕਈ ਚੰਗੇ ਓਲੀਗਾਰਕ ਵੀ ਜਿਹੜੇ ਇੱਥੇ ਹੈਗੇ ਆ, ਅਮੀਰ ਬੰਦੇ ਹੈਗੇ ਆ ਜਿਹੜੇ ਅਮਰੀਕਾ ਦੇ ਲਈ ਗੁੱਡ ਜਿਹੜੇ ਉਹ ਹੋ ਸਕਦੇ। ਪਰ ਬਹੁਤ ਸਾਰੇ ਲੋਕਾਂ ਨੂੰ ਫਿਕਰ ਇਹ ਆ ਵੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਕਰਪਸ਼ਨ ਕਰਦੇ ਆ, ਖਾਸ ਕਰਕੇ ਪੋਲੀਟੀਸ਼ੀਅਨਸ ਜਾਂ ਹੋਰ, ਉਹ ਇਹ ਪੈਸੇ ਦੇ ਤਹਿਤ ਆਪਣੇ ਪਰਿਵਾਰਾਂ ਨੂੰ ਅਮਰੀਕਾ ਦੇ ਵਿੱਚ ਸੈੱਟ ਕਰਨਗੇ, ਜਿਨ੍ਹਾਂ 'ਚ ਚਾਈਨਾ ਵੀ ਹੋ ਗਿਆ, ਇੰਡੀਆ ਵੀ ਹੋ ਸਕਦਾ ਹੈਗਾ ਆ, ਰਸ਼ੀਆ ਦਾ ਤਾਂ ਟਰੰਪ ਉਹਨਾਂ ਨੇ ਨਾਮ ਲੈ ਦਿੱਤਾ ਸੀਗਾ। ਸੋ ਇਹ ਚੀਜ਼ ਵੀ ਇਹਦੇ ਵਿੱਚ ਵਾਪਰੂਗੀ। ਜਦੋਂ ਪੈਸਾ ਪ੍ਰਦਾਨ ਹੋਵੇ ਫਿਰ ਸਿਧਾਂਤ ਕੋਈ ਮਾਇਨੇ ਨਹੀਂ ਰੱਖਦਾ ਜੀ ਉੱਥੇ। ਉਹ ਫਿਰ ਇਦਾਂ ਹੀ ਹੋਣਾ। ਜਦੋਂ ਮਨੀ ਦੀ ਗੱਲ ਆ ਗਈ ਤਾਂ ਫਿਰ ਮਨੀ ਦੇ ਤਰਾਜੂ ਦੇ ਵਿੱਚ ਹੀ ਸਭ ਕੁਝ ਜਿਹੜਾ ਉਹਨਾਂ ਨੇ ਤੋਲਣਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ ਅੱਜ ਇਹ ਆਖਿਆ ਆ ਵੀ ਲਾਰਜ ਸਕੇਲ ਲੇ-ਆਫਸ ਤੇ ਰੀਆਰਗੇਨਾਈਜੇਸ਼ਨ ਦੇ ਲਈ ਜਿਹੜੀਆਂ ਸਾਰੀਆਂ ਏਜੰਸੀਜ਼ ਆ ਉਹ ਤਿਆਰ ਹੋ ਜਾਣ। ਕਹਿੰਦੇ ਵੀ ਲੇ-ਆਫਸ ਦਾ ਪਲਾਨ ਮੰਗ ਲਿਆ ਗਿਆ ਆ ਵਾਈਟ ਹਾਊਸ ਦੇ ਦੁਆਰਾ ਏਜੰਸੀਜ਼ ਦੇ ਕੋਲੋਂ, ਜਿੰਨੇ ਵੀ ਫੈਡਰਲ ਏਜੰਸੀਜ਼ ਹੈਗੀਆਂ ਆ। 13 ਮਾਰਚ ਡੈਡਲਾਈਨ ਦਿੱਤੀ ਗਈ ਆ। ਕਹਿੰਦੇ ਵੀ 13 ਮਾਰਚ ਤੱਕ ਆਪਣੇ ਜਿਹੜੇ ਲੇ-ਆਫ ਦੇ ਪਲਾਨ ਆ ਉਸ ਨੂੰ ਤੁਸੀਂ ਸਬਮਿਟ ਕਰੋ। ਸਾਰੀਆਂ ਹੀ ਫੈਡਰਲ ਏਜੰਸੀਜ਼ ਇਸ ਦੇ ਤਹਿਤ ਕਹਿੰਦੀਆਂ ਉਹ ਆ ਰਹੀਆਂ। ਇੱਕ ਜਿਹੜਾ ਮੈਮੋ ਆ ਵਾਈਟ ਹਾਊਸ ਦੇ ਬਜਟ ਡਾਇਰੈਕਟਰ ਰਸ ਵਾਟ, ਜਿਹੜੇ ਪ੍ਰੋਜੈਕਟ 2025 ਦੇ ਰਚੇਤਾ ਦੇ ਵਿੱਚੋਂ ਇੱਕ ਨਾਲ ਚਾਰਲਸ ਇਜ਼ਲ, ਹੈਡ ਆਫਿਸ ਆਫ ਪਰਸਨਲ ਮੈਨੇਜਮੈਂਟ, ਉਹਨਾਂ ਨੇ ਕਹਿੰਦੇ ਵੀ ਅੱਜ ਬੁੱਧਵਾਰ ਨੂੰ ਸਵੇਰੇ ਇਸ਼ੂ ਕੀਤਾ ਹੈਗਾ ਆ। ਕਹਿੰਦੇ ਵੀ ਵਰਕਫੋਰਸ ਨੂੰ ਡਾਊਨ ਸਾਈਜ਼ ਜਿਹੜਾ ਕੀਤਾ ਜਾਊਗਾ। ਕਹਿੰਦੇ ਵੀ ਫਿਜ਼ੀਕਲ ਫੁੱਟਪ੍ਰਿੰਟ ਆ ਉਸ ਨੂੰ ਵੀ ਕਹਿੰਦੇ ਘਟਾਇਆ ਜਾ ਸਕਦਾ ਹੈ। ਕਹਿੰਦੇ ਵੀ ਇਹ ਮੂਵ ਹੁਣ ਫਾਰਮਲੀ ਆ ਚੁੱਕਾ ਆ ਵੀ ਐਡਮਿਨਿਸਟ੍ਰੇਸ਼ਨ ਏਜੰਸੀਜ਼ ਨੂੰ ਡਿਸਮੈਂਟਲ ਤੇ ਜਿਹੜੀਆਂ ਸ਼ਰਿੰਕ ਆ ਉਹ ਕਰਨ ਜਾ ਰਹੀ ਆ। ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਉੱਤੇ ਇਹਨਾਂ ਦੀ ਪਹਿਲਾਂ ਹੀ ਨਜ਼ਰ ਸੀਗੀ ਉਸ ਨੂੰ ਬੰਦ ਕਰਨ ਦੇ ਲਈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹ ਆਪਾਂ ਨੂੰ ਆਪਣੇ ਸਾਹਮਣੇ ਹੀ ਆ, ਜਿੱਦਾਂ USAID ਤੇ ਹੋਰ ਜਿਹੜੀਆਂ ਏਜੰਸੀਜ਼ ਆ ਉਹ ਟੋਟਲੀ ਇਹਨਾਂ ਨੇ ਖਤਮ ਕਰ ਦਿੱਤੀਆਂ, ਉਹ ਉਹਨਾਂ ਨੇ ਬੰਦ ਕਰ ਦਿੱਤੀਆਂ। ਬਾਕੀ ਏਜੰਸੀਜ਼ ਦੇ ਵਿੱਚੋਂ ਵੀ ਲੋਕ ਘਟਾਏ ਜਾ ਰਹੇ ਆ। ਸੋ ਕਹਿੰਦੇ ਵੀ ਏਜੰਸੀ ਹੈਡਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਖ ਦਿੱਤਾ ਆ ਵੀ ਜਲਦੀ ਤੋਂ ਜਲਦੀ ਪ੍ਰੈਪਰੇਸ਼ਨਸ ਤੁਸੀਂ ਕਰੋ। ਲਾਰਜ ਸਕੇਲ ਰਿਡਕਸ਼ਨ ਇਨ ਫੋਰਸ RIFs ਨੂੰ
ਆਖਿਆ ਜਾ ਰਿਹਾ, ਜਿਹੜਾ ਕਿ ਐਪਲੀਕੇਬਲ ਲਾ ਦੇ ਨਾਲ ਕੰਸਿਸਟੈਂਟ ਜਿਹੜਾ ਹੋਵੇ। 13 ਮਾਰਚ 2025 ਤੱਕ ਕਹਿੰਦੇ ਵੀ ਏਜੰਸੀ ਰੀਆਰਗੇਨਾਈਜੇਸ਼ਨ ਪਲਾਨ ਆ ਉਹਨਾਂ ਨੂੰ ਡਿਵੈਲਪ ਕਰਕੇ ਵਾਪਸ ਵਾਈਟ ਹਾਊਸ ਨੂੰ ਘੱਲਣ ਦੇ ਲਈ ਆਖਿਆ ਜਾ ਰਿਹਾ ਆ। ਸੋ ਜਿਹੜੇ ਵੀ ਫੈਡਰਲ ਏਜੰਸੀ 'ਚ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀਆਂ ਹੁਣ ਈਮੇਲਾਂ ਤਾਂ ਹਰਜੋਤ ਸਿੰਘ ਜੀ ਘੱਲ ਹੀ ਰਹੇ ਆ ਡੋਜ ਵਾਲੇ, ਵੀ ਦੱਸੋ ਤੁਸੀਂ ਪਿਛਲੇ ਹਫ਼ਤੇ 'ਚ ਕੀ ਕੀਤਾ। ਜਿਨ੍ਹਾਂ ਨੇ ਰਿਪਲਾਈ ਨਹੀਂ ਕੀਤਾ ਉਹਨਾਂ ਨੂੰ ਇੱਕ ਕਹਿੰਦੇ ਮੌਕਾ ਹੋਰ ਦਿੱਤਾ। ਸੋ ਇਹ ਹੁਣ ਤਿਆਰੀਆਂ ਆ, ਵੱਡੀ ਜਿਹੜੀ ਆ ਇੱਥੇ ਫੇਰ ਬਦਲ ਆ ਉਹ ਹੋਣ ਜਾ ਰਹੀ ਆ। ਜਿਹੜੀ ਲੈਸ ਗਵਰਨਮੈਂਟ ਦੀ ਇਹਨਾਂ ਨੇ ਗੱਲ ਆਖੀ ਸੀ, ਸਮਾਲ ਗਵਰਨਮੈਂਟ ਦੀ ਜਿਹੜੀ ਉਹ ਗੱਲ ਆਖੀ ਸੀ, ਏਜੰਸੀਜ਼ ਨੂੰ ਲਗਾਤਾਰ ਜਿਹੜਾ ਇਹ ਹੁਣ ਛੋਟਾ ਕਰ ਰਹੇ ਆ, ਇਸ ਨੂੰ ਹੁਣ ਸੰਗੜਾਉਣ ਜਾ ਰਹੇ ਆ ਤੇ ਉਸ ਦੇ ਵਿੱਚ ਵੱਡੇ ਕਦਮ ਜਿਹੜੇ ਹੁਣ 13 ਮਾਰਚ ਤੋਂ ਬਾਅਦ ਦੇ ਵਿੱਚ ਚੁੱਕੇ ਜਾਣਗੇ, ਜਿੱਥੇ ਸਾਰੀਆਂ ਫੈਡਰਲ ਏਜੰਸੀਜ਼ ਨੂੰ ਮੈਮੋ ਘੱਲ ਦਿੱਤਾ ਗਿਆ ਆ। ਲਾਰਜ ਸਕੇਲ ਲੇ ਆਫ ਦੇ ਪਲਾਨ ਜਿਹੜੇ ਆ ਉਹ ਵਾਈਟ ਹਾਊਸ ਨੂੰ ਘੱਲੇ ਜਾਣ ਤਾਂ ਜੋ ਉਸ ਉੱਤੇ ਜਲਦ ਤੋਂ ਜਲਦ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਸਕੇ। ਸੋ ਬਿਗ ਲੇ ਆਫਸ ਆਰ ਕਮਿੰਗ। ਤੇ ਹਰਜੋਤ ਸਿੰਘ ਜੀ, ਇਹ ਹੁਣ ਜਿੱਥੇ ਇਕਨੋਮੀ, ਮਹਿੰਗਾਈ, ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਜਦੋਂ ਲੋਕਾਂ ਦੀਆਂ ਹੁਣ ਜੌਬਾਂ ਜਾਂਦੀਆਂ, ਜਿਹੜੇ ਕਿਤੇ ਮੂਵ ਹੋਏ ਹੋਣਗੇ, ਕੋਈ ਪ੍ਰੋਬੇਸ਼ਨ ਤੇ ਸੀਗਾ, ਕੋਈ ਲੇਟੈਸਟ ਹੋਇਆ ਹੋਊਗਾ, ਕਾਫੀ ਵੱਡੀ ਤੜਫੱਲੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਜਿਹੜੀ ਉਹ ਮਚ ਜਾਣੀ ਆ। ਬਿਲਕੁਲ, ਆਪਾਂ ਖਬਰ ਸਾਂਝੀ ਕੀਤੀ ਸੀ ਪਿਛਲੇ ਦਿਨਾਂ 'ਚ ਵੀ ਕਿਸ ਤਰ੍ਹਾਂ ਵਾਸ਼ਿੰਗਟਨ ਡੀਸੀ 'ਚ ਘਰਾਂ ਦੀਆਂ ਜਿਹੜੀ ਸੇਲਸ ਆ ਬਹੁਤ ਜ਼ਿਆਦਾ ਲਿਸਟਿੰਗ ਵੱਧ ਗਈ ਹੈਗੀ ਆ। ਦੂਸਰੇ ਪਾਸੇ ਇਕਨੋਮੀ ਨੂੰ ਲੈ ਕੇ ਮੈਂ ਕੱਲ ਵੀ ਡਿਸਕਸ ਕੀਤਾ ਸੀ, ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਉਹ ਆਉਣ ਵਾਲੇ ਫਿਊਚਰ 'ਚ ਦੱਸਦੀ ਆ ਵੀ ਅਮਰੀਕਾ ਦੀ ਇਕਨੋਮੀ ਕਿੱਧਰ ਨੂੰ ਜਾਣੀ ਆ, ਉਸੇ ਤਰ੍ਹਾਂ ਹੋਮ ਡੀਪੋ ਜੋ ਸਟੋਰ ਆ ਉਹ ਦੱਸਦਾ ਹੈਗਾ ਵੀ ਅਮਰੀਕਾ ਦੀ ਜਿਹੜੀ ਇਕਨੋਮੀ ਆ ਕਿੱਧਰ ਨੂੰ ਜਾ ਰਹੀ ਹੈਗੀ ਆ। ਹੋਮ ਡੀਪੋ ਦੀ ਸੇਲਸ ਘਟੀਆਂ ਆ, ਹਾਲਾਂਕਿ ਕਈ ਕਹਿੰਦੇ ਵੀ ਰੈਵਨਿਊ ਉਹਨਾਂ ਦਾ ਇੰਪਰੂਵ ਹੋਇਆ, ਪਰ ਉਹਨਾਂ ਦਾ ਸਟਾਕ ਬਹੁਤ ਡਾਊਨ ਗਿਆ ਹੈਗਾ ਆ। ਤੇ ਆਮ ਤੁਸੀਂ ਜਾ ਕੇ ਦੇਖ ਸਕਦੇ ਆ, ਹੋਮ ਡੀਪੋ ਦੇ ਵਿੱਚ ਰਸ਼ ਬਹੁਤ ਘੱਟ ਆ, ਚੀਜ਼ਾਂ ਮਹਿੰਗੀਆਂ ਬਹੁਤ ਹੋ ਗਈਆਂ ਹੈਗੀਆਂ। ਲੋਕਾਂ ਨੇ ਆਪਣੇ ਜਿਹੜੇ ਰੈਨੋਵੇਸ਼ਨ ਪ੍ਰੋਜੈਕਟਸ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ, ਕਿਉਂਕਿ ਕਾਸਟ ਆਫ ਮਟੀਰੀਅਲ ਬਹੁਤ ਜ਼ਿਆਦਾ ਹੋ ਗਈ ਆ। ਸੋ ਜੇ ਹੋਮ ਡੀਪੋ, ਹਾਲਾਂਕਿ ਉਹਨਾਂ ਨੇ ਵਾਲ ਸਟਰੀਟ ਜਰਨਲ ਦੀਆਂ ਅਰਨਿੰਗਸ ਨੂੰ ਜਿਹੜਾ ਆ ਬੀਟ ਕੀਤਾ ਹੈਗਾ, ਪਰ ਓਵਰਆਲ ਜੇ ਦੇਖਿਆ ਜਾਵੇ ਜਿਹੜੀ ਸਿਚੁਏਸ਼ਨ ਆ ਹੋਮ ਡੀਪੋ ਦੀ ਵਾਲੀ ਗੁੱਡ ਨਹੀਂ ਚੱਲ ਰਹੀ ਹੈਗੀ। ਉਹ ਤੋਂ ਇਹ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਇਕਨੋਮੀ ਆ ਉਹ ਡਾਊਨ ਜਾਊਗੀ। ਦੂਸਰੇ ਪਾਸੇ ਫੈਡਰਲ ਰਿਜ਼ਰਵ ਬੋਰਡ ਨੇ ਵੀ ਇਹ ਕਹਿਤਾ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਆ, ਇਸ ਕਰਕੇ ਆਪਾਂ ਇੰਟਰਸਟ ਰੇਟ ਨਹੀਂ ਘਟਾਵਾਂਗੇ। ਸੋ ਇੰਟਰਸਟ ਰੇਟ ਹਾਈ ਆ, ਬਹੁਤ ਸਾਰੇ ਲੋਕਾਂ ਨੂੰ ਆਸ ਸੀ ਵੀ ਹੋਪਫੁਲੀ ਇਸ ਸਾਲ ਇੰਟਰਸਟ ਰੇਟ ਮੇ ਵੀ 5% ਦੇ ਲਾਗੇ ਆ ਜਾਏ ਜਾਂ 5.5% ਦੇ ਲਾਗੇ ਆ ਗਏ, ਪਰ ਫਿਰ ਵੀ ਅਰਾਊਂਡ 7% ਦੇ ਕਰੀਬ ਆ। ਤੇ ਜੇ ਇੰਟਰਸਟ ਰੇਟ ਨਹੀਂ ਘਟਦਾ, ਘਰਾਂ ਦੀਆਂ ਪ੍ਰਾਈਸਿਸ ਹਾਈ ਆ। ਕੱਲ ਬੇਰੀਏ ਦੀ ਵੀ ਮੈਂ ਦੱਸੀ ਸੀ ਵੀ ਬੇਰੀਏ ਦੇ ਵਿੱਚ 2019 ਤੋਂ ਬਾਅਦ 19 ਲਿਸਟਿੰਗਾਂ ਆ ਗਈਆਂ ਘਰਾਂ ਦੇ ਸੇਲ ਦੀਆਂ, ਜਿੰਨੀਆਂ 2019 ਦੇ ਵਿੱਚ ਸੀਗੀਆਂ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਵੀ ਪ੍ਰਾਈਸਿਸ ਹਾਈ ਆ, ਪਰ ਨੈਚੁਰਲੀ ਜਦੋਂ ਲਿਸਟਿੰਗ ਵਧਣ ਲੱਗ ਪੈਣ ਫਿਰ ਪ੍ਰਾਈਸਿਸ ਜਿਹੜੀਆਂ ਆ ਉਹ ਘਟਣੀਆਂ ਸ਼ੁਰੂ ਹੋ ਜਾਣੀਆਂ ਹੈਗੀਆਂ। ਜੀ, ਇਹਦੇ ਵਿੱਚ ਜਿਹੜੇ ਜੌਬ ਕੱਟ ਦੀ ਗੱਲ, ਜਿਹੜੇ ਮੈਮੋ ਦੀ ਜ਼ਿਕਰ ਕੀਤਾ, ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਹੋਰ ਚੀਜ਼ਾਂ ਐਡ ਨਾਲ ਕਰਦੇ ਜਾਈਏ। RIF ਜਿਹਨੂੰ ਆਪਾਂ ਆਖਿਆ ਵੀ ਜਿਹੜਾ ਹੁੰਦਾ ਆ, ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਜੌਬ ਹੈਗੀ ਆ, ਪੋਜੀਸ਼ਨ ਆ, ਉਹ ਪਰਮਾਨੈਂਟਲੀ ਐਲੀਮੀਨੇਟ ਹੋ ਜਾਂਦੀ ਆ। ਸੋ ਮਤਲਬ ਉਹਦਾ ਕੋਈ ਚਾਰਾ ਨਹੀਂ ਰਹਿੰਦਾ। ਸੋ ਇਹ ਟੋਟਲੀ ਜਿਹੜਾ ਖਤਮ ਹੋ ਜਾਊਗਾ। ਜਿਹੜਾ ਰਿਡਕਸ਼ਨਸ ਇਨ ਫੋਰਸ ਆ, ਉਹ ਮਤਲਬ ਪੱਕੇ ਤੌਰ ਦੇ ਉੱਤੇ ਜਿਹੜੀ ਜੌਬ ਪੋਸਟਿੰਗ ਆ ਜਾਂ ਪੋਜੀਸ਼ਨ ਆ ਉਹ ਖਤਮ ਕਰ ਦਿੱਤੀ ਜਾਊਗੀ। ਸੋ ਕਹਿੰਦੇ ਵੀ ਏਜੰਸੀਜ਼ ਨੂੰ ਇਹ ਵੀ ਆਖਿਆ ਗਿਆ ਵੀ ਦੱਸੋ ਫੁੱਲ ਟਾਈਮ EMPLOYEE ਤੁਹਾਡੇ ਕਿੰਨੇ ਆ ਜਿਹੜੇ ਤੁਸੀਂ ਕੱਟ ਕਰ ਸਕਦੇ ਆ। ਇਹਦੇ ਵਿੱਚ ਇਹ ਨਹੀਂ ਆ ਵੀ ਕੱਲੇ ਪ੍ਰੋਬੇਸ਼ਨ ਵਾਲੇ ਹੀ ਜਿਹੜੇ ਇਸ ਦੇ ਵਿੱਚ ਬਚਣਗੇ, ਉਹ ਫਸਣਗੇ, ਸੌਰੀ, ਉਹਨਾਂ ਦਾ ਜਿਹੜਾ ਉਹ ਤਲਵਾਰ ਫਿਰੂਗੀ, ਛੁਰੀ ਜਿਹੜੀ ਕਹਿੰਦੇ ਵੀ ਉਹਨਾਂ ਤੇ ਵੀ ਚੱਲੂਗੀ ਜਿਹੜੇ ਫੁੱਲ ਟਾਈਮ EMPLOYEES ਆ, ਜਿਨ੍ਹਾਂ ਨੂੰ ਕੱਟ ਕੇ ਵੀ ਕਹਿੰਦੇ ਵੀ ਏਜੰਸੀ ਜਿਹੜਾ ਆਪਣਾ ਕੰਮ ਕਰ ਸਕਦੀ ਆ। ਸੋ ਇਹ ਕਾਸਟ ਕਟਿੰਗ, ਕਾਸਟ ਸੇਵਿੰਗ ਅਗਲੇ 3 ਸਾਲਾਂ ਦੇ ਵਿੱਚ ਕਿੰਨੀ ਕਰ ਸਕਦੇ, ਕਹਿੰਦੇ ਵੀ ਉਹ ਵੀ ਉਹਨਾਂ ਨੂੰ ਪੁੱਛਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਸਿਗਨੀਫੀਕੈਂਟ ਰਿਡਕਸ਼ਨ, ਜੇ ਹੁਣ 100 ਬੰਦੇ ਆ ਤਾਂ ਹੋ ਸਕਦਾ ਵੀ ਉਹ 50 ਦੇ ਉੱਤੇ ਲੈ ਆਉਣ ਜਿਹੜੀਆਂ ਫੁੱਲ ਟਾਈਮ ਪੋਜੀਸ਼ਨ ਹੈਗੀਆਂ। ਇਹ ਅੰਦਾਜ਼ਾ ਹੈ, ਐਵੇਂ ਆਪਾਂ ਇੱਕ ਗੱਲ ਕਰ ਰਹੇ। ਸਿਗਨੀਫੀਕੈਂਟ ਰਿਡਕਸ਼ਨ ਦੇ ਵਿੱਚ 20% ਵੀ ਬਥੇਰੀ ਹੁੰਦੀ ਆ ਤੇ 30 ਵੀ ਹੁੰਦੀ ਆ ਤੇ 50% ਵੀ ਆ। ਕਹਿੰਦੇ ਵੀ ਮੈਕਸਿਮਮ ਐਲੀਮੀਨੇਸ਼ਨ ਆਫ ਫੰਕਸ਼ਨਸ, ਏਜੰਸੀਜ਼ ਨੂੰ ਆਖਿਆ ਗਿਆ ਵੀ ਜਿਹੜੇ ਤੁਸੀਂ ਕੰਮ ਕਰ ਰਹੇ ਆ ਉਹਦੇ ਵਿੱਚੋਂ ਕਿਹੜੇ ਫੰਕਸ਼ਨਸ ਤੁਸੀਂ ਐਲੀਮੀਨੇਟ ਟੋਟਲੀ ਕਰ ਸਕਦੇ ਆ, ਤਾਂ ਜੋ ਤੁਹਾਡਾ ਕੰਮ ਜਿਹੜਾ ਉਹ ਚੱਲਦਾ ਰਵੇ।
ਉਸ ਦੇ ਉੱਤੇ ਜਿਹੜੀ ਉਹਨਾਂ ਨੂੰ ਲਿਸਟਾਂ ਬਣਾਉਣ ਦੇ ਲਈ ਆਖਿਆ ਗਿਆ ਆ। 2.3 ਮਿਲੀਅਨ ਫੈਡਰਲ EMPLOYEES ਇਹਨਾਂ ਵਿੱਚ ਪੋਸਟਲ ਸਰਵਿਸ ਵਾਲੇ ਨਹੀਂ ਆਉਂਦੇ। ਉਹਨਾਂ ਦੇ ਵਿੱਚੋਂ ਜਿਹੜੇ ਕਹਿੰਦੇ ਵੀ ਥਾਊਜ਼ੈਂਡਸ ਆ ਉਹ ਆਲਰੇਡੀ ਫਾਇਰ ਕੀਤੇ ਜਾ ਚੁੱਕੇ ਆ, ਤੇ ਇਸ ਮੈਮੋ ਤੋਂ ਬਾਅਦ 'ਚ 13 ਮਾਰਚ ਤੋਂ ਬਾਅਦ 'ਚ ਹੋਰ ਹੀ ਹਜ਼ਾਰਾਂ ਜਿਹੜੇ ਆ ਉਹ ਫਾਇਰ ਕੀਤੇ ਜਾਣਗੇ। ਸੋ ਜਿਹੜੇ ਮੈਮੋ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਡੁਪਲੀਕੇਟਿਵ ਫੰਕਸ਼ਨ ਆ। ਕਹਿੰਦੇ ਵੀ ਕਾਰਨ ਕੀ ਆ, ਵੀ ਕਿਉਂ ਅਸੀਂ ਇਹ ਰਿਡਕਸ਼ਨ ਇਨ ਫੋਰਸ ਜਿਹੜੀ ਉਹ ਲੈ ਕੇ ਆ ਰਹੇ ਆ। ਕਹਿੰਦੇ ਵੀ ਕਾਰਨ ਇਸ ਦੇ ਵਿੱਚ ਇਹੀ ਆ ਵੀ ਡੁਪਲੀਕੇਟਿਵ ਫੰਕਸ਼ਨ ਆ, ਸੇਮ ਕੰਮ ਦੇ ਲਈ ਮਲਟੀਪਲ ਬੰਦੇ ਨੇ, ਮੈਨੇਜਮੈਂਟ ਲੇਅਰ ਬਹੁਤ ਜ਼ਿਆਦਾ ਬਣੀਆਂ ਪਈਆਂ ਆ, ਨਾਨ ਕ੍ਰਿਟੀਕਲ ਪੋਜੀਸ਼ਨਸ ਜਿਹੜੀਆਂ ਉਸ ਨੂੰ ਅਸੀਂ ਹਟਾਉਣਾ ਆ, ਤੇ ਟੈਕਨੋਲੋਜੀ ਉਸ ਨੂੰ ਇੰਪਲੀਮੈਂਟ ਕਰਕੇ ਆਟੋਮੇਸ਼ਨ ਜਿਹੜੀ ਆ ਰੂਟੀਨ ਟਾਸਕ ਦੇ ਵਿੱਚ ਲਿਆਂਦੀ ਜਾਊਗੀ। ਸੋ ਮੁੱਕਦੀ ਗੱਲ ਆ, ਨਵੀਂ ਟੈਕਨੋਲੋਜੀ AI ਆਟੋਮੇਸ਼ਨ ਉਹ ਹੁਣ ਲੋਕਾਂ ਨੂੰ ਜਿਹੜੀ ਇੱਥੇ ਬਦਲਣ ਜਾ ਰਹੀ ਆ, ਤੇ ਆਪਾਂ ਆਉਂਦੇ 4 ਸਾਲਾਂ ਦੇ ਵਿੱਚ ਦੇਖਾਂਗੇ ਵੀ ਬਹੁਤ ਸਾਰੀਆਂ ਏਜੰਸੀਜ਼ ਆ ਉਹਦੇ ਵਿੱਚ ਜਿਹੜੀਆਂ ਜੌਬ ਕੱਟਸ ਲੇਆਫਸ ਲਗਾਤਾਰ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਹੋਪਫੁਲੀ ਇਹਦੇ ਨਾਲ ਜਿਹੜੀ ਐਫੀਸ਼ੀਐਂਸੀ ਆ ਲੌਂਗ ਰਨ ਦੇ ਵਿੱਚ ਜਿਹੜੀ ਉਹ ਵਧੇ। ਜਿਹੜੇ ਸਰਕਾਰੀ ਕੰਮਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਤੌਖਲੇ ਨੇ, ਗੱਲਾਂ ਨੇ ਵੀ ਕੰਮ ਚੱਲਦਾ ਆ, ਕਿਵੇਂ ਚੱਲਦਾ ਆ, ਉਹਦੇ ਉੱਤੇ ਕਿਵੇਂ ਜਿਹੜਾ ਹੋਊਗਾ। ਇਹਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ, ਉੱਦਾਂ ਕਈ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਮੈਨੂੰ ਲੱਗਦਾ ਉਹ ਵੀ ਇਹ ਕੰਮ ਕਰਨਗੀਆਂ। ਜਿਹੜੀ ਫਲੋਰੀਡਾ ਆ ਉਹਨਾਂ ਨੇ ਆਪਣਾ ਇੱਕ ਡੋਜ ਜਿਹੜਾ ਉਹ ਬਣਾ ਦਿੱਤਾ ਆ। ਉਹਨਾਂ ਨੇ ਵੀ ਇੱਕ ਏਜੰਸੀ ਜਿਹੜੀ ਡੋਜ ਦੀ ਬਣਾ ਦਿੱਤੀ ਵੀ ਭਾਈ ਫਲੋਰੀਡਾ ਦੀ ਸਰਕਾਰ 'ਚ ਦੇਖੋ ਵੀ ਕਿਹੜਾ ਵਾਧੂ ਖਰਚਾ ਜਿਹੜਾ ਉਹ ਚੱਲ ਰਿਹਾ ਉਸ ਨੂੰ ਜਿਹੜਾ ਉਹ ਘਟਾਇਆ ਜਾ ਸਕੇ। ਸੋ ਇਸੇ ਪੱਧਰ ਦੇ ਉੱਤੇ ਲੱਗਦਾ ਵੀ ਹੋਰ ਸੂਬਿਆਂ ਦੇ ਵਿੱਚ ਵੀ ਡੋਜ ਦੇ ਆਧਾਰ ਦੇ ਉੱਤੇ ਸੂਬੇ ਦੀਆਂ ਜਿਹੜੀਆਂ ਜੌਬਸ ਆ ਉਸ ਉੱਤੇ ਵੀ ਕਟੌਤੀ ਜਿਹੜੀ ਉਹ ਆਉਂਦੇ ਦਿਨਾਂ 'ਚ ਆਵੇਗੀ। ਬਿਲਕੁਲ, ਅੱਜ CNN ਨੇ ਵੀ ਰਿਪੋਰਟ ਕੀਤਾ ਹੈ ਵੀ ਲੋਕ ਜਿਹੜੇ ਆ ਇਕੋਨਮੀ ਦੇ ਨਾਲ ਬਹੁਤ ਜ਼ਿਆਦਾ ਫੈਡ ਅਪ ਆ। ਵੀ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਵੀ ਆਪਾਂ ਰਿਸੈਸ਼ਨ ਵੱਲ ਨੂੰ ਚਲੇ ਜਾਵਾਂਗੇ। ਮਾਰਕ ਜ਼ੈਂਡੀ ਚੀਫ ਇਕੋਨੋਮਿਸਟ ਆ ਮੂਡੀ ਦੇ, ਉਹਨਾਂ ਨੇ ਇਹ ਕਿਹਾ ਵੀ ਜਿਸ ਹਿਸਾਬ ਦੇ ਨਾਲ ਲੋਕਾਂ ਦਾ ਕੌਨਫੀਡੈਂਸ ਘਟਦਾ ਜਾ ਰਿਹਾ ਆ, ਜੇ 3 ਮਹੀਨੇ ਆਉਣ ਵਾਲੇ ਇਦਾਂ ਹੀ ਚੱਲਦਾ ਰਿਹਾ ਤੇ ਗੇਮ ਇਜ਼ ਓਵਰ। ਸੋ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ। ਇਨਫਲੇਸ਼ਨ ਦਾ ਡਰ, ਟਰੰਪ ਉਹਨਾਂ ਦੇ ਟੈਰਿਫਸ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਸ ਟਾਈਮ ਬਣਿਆ ਹੋਇਆ ਹੈਗਾ ਆ। ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਿਸ ਜੋ ਡਾਟੇ ਨੂੰ ਕਲੈਕਟ ਕਰਦੇ 1973 ਤੋਂ ਲੈ ਕੇ, ਉਹਨਾਂ ਨੇ ਕਿਹਾ ਵੀ ਇਹ 3rd ਹਾਈਐਸਟ ਰੀਡਿੰਗ ਆਈ ਆ ਔਨ ਅਨਸਰਟਨਟੀ ਇੰਡੈਕਸ ਫॉर ਜਨਵਰੀ। ਸੋ ਲੋਕਾਂ ਦੇ ਵਿੱਚ ਘਬਰਾਹਟ ਜ਼ਰੂਰ ਹੈਗੀ ਆ, ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਆ। ਉਤੋਂ ਲੇ-ਆਫ ਤੇ ਲੇ-ਆਫ, ਹੁਣ ਫੈਡਰਲ ਗਵਰਨਮੈਂਟ 'ਚ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੇ-ਆਫ ਹੋ ਰਹੀ ਆ। ਟੈਕਨੋਲੋਜੀ 'ਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ ਵੀ ਹਰ ਇੱਕ ਕੰਪਨੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ IT ਦੇ ਵਿੱਚ ਲੇ-ਆਫ ਚੱਲ ਰਹੀ ਹੈਗੀ ਆ। ਹਰ ਰੋਜ਼ ਹੀ ਆਪਾਂ ਤੁਹਾਨੂੰ ਦੱਸਦੇ ਆ ਵੀ ਕਦੇ ਇੰਟਲ, ਐਮਾਜ਼ਨ, ਮਾਈਕਰੋਸਾਫਟ, ਮੈਟਾ, ਫੇਸਬੁੱਕ, ਇਹ ਜਿਹੜੀਆਂ ਕੰਪਨੀਆਂ ਸਾਰੀਆਂ ਲੇ-ਆਫ ਕਰ ਰਹੀਆਂ ਹੈਗੀਆਂ। ਸੋ 2-3 ਮਹੀਨਿਆਂ ਦੇ ਵਿੱਚ ਪਤਾ ਲੱਗ ਜਾਣਾ ਹੈ ਅਮਰੀਕਾ ਦੀ ਜਿਹੜੀ ਇਕੋਨਮੀ ਆ ਉਹ ਕਿੱਧਰ ਨੂੰ ਜਾਂਦੀ ਹੈਗੀ ਹੈ। ਜੀ ਬਿਲਕੁਲ, ਮਲਟੀਪਲ ਲੇਆਫਸ, ਰੀਅਲ estate ਕ੍ਰੈਸ਼, ਇਹ ਸਾਰੀਆਂ ਚੀਜ਼ਾਂ ਕੋਈ ਬਹੁਤੇ ਸ਼ੁਭ ਸੰਕੇਤ ਤਾਂ ਨਹੀਂ ਆ ਇਕੋਨਮੀ ਜਾਂ ਇਨਫਲੇਸ਼ਨ ਦੇ ਉੱਤੇ ਕਾਬੂ ਨਾ ਪੈਣਾ। ਸੋ ਉਧਰ ਦੇਖੋ ਕੀ ਹੁੰਦਾ। ਅੱਜ ਉਧਰ ਰਾਸ਼ਟਰਪਤੀ ਟਰੰਪ ਦੀ ਪਹਿਲੀ ਫੁੱਲ ਕੈਬਨਿਟ ਮੀਟਿੰਗ ਜਿਹੜੀ ਉਹ ਚੱਲ ਰਹੀ ਹੈਗੀ ਆ, ਜਿਸ ਦੇ ਵਿੱਚ ਈਲੋਨ ਮਸਕ ਵੀ ਜਿਹੜਾ ਕਹਿੰਦੇ ਵੀ ਉਹ ਆ ਰਿਹਾ ਆ। ਸੋ ਜੇ ਕੋਈ ਤਲਖੀ ਹੋਊਗੀ ਈਲੋਨ ਮਸਕ ਦੇ ਨਾਲ ਕਿਸੇ ਹੋਰ ਲੋਕਾਂ ਦੀ ਜਾਂ ਹੋਰ ਲੀਡਰਸ ਦੀ, ਉਹ ਵੀ ਕਹਿੰਦੇ ਵੀ ਸ਼ਾਇਦ ਜਿਹੜੀ ਮਾੜੀ ਮੋਟੀ ਸਿਮਰ ਕਰ ਰਹੀ ਆ ਉਹ ਇਵੈਂਚੁਅਲੀ ਜਿਹੜੀ ਉਹ ਬਾਹਰ ਆ ਸਕਦੀ ਹੈਗੀ ਆ। ਸੋ ਲੈਟਸ ਸੀ ਕੀ ਬਣਦਾ ਆ। ਸੋ 47ਵੇਂ ਰਾਸ਼ਟਰਪਤੀ ਦੀ ਜਿਹੜੀ ਫੁੱਲ ਕੈਬਨਿਟ, ਪਹਿਲੀ ਜਿਹੜੀ ਫੁੱਲ ਕੈਬਨਿਟ ਮੀਟਿੰਗ ਆ ਉਹ ਇਸ ਟਾਈਮ ਚੱਲ ਰਹੀ ਆ, ਜਿੱਥੇ ਸਾਰੇ ਕੈਬਨਿਟ ਜਿਹੜੇ ਇਕੱਲੇ ਕਨਫਰਮ ਹੋਏ, ਤੇ ਨਾਲ ਜਿਹੜੇ ਡੋਜ ਦਾ ਈਲੋਨ ਮਸਕ ਆ ਉਹ ਵੀ ਕਹਿੰਦੇ ਵੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਲ ਹੈਗਾ ਆ। ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਅਮਰੀਕਾ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹਿਸਟਰੀ 'ਚ ਹੋਇਆ ਵੀ ਸੈਨੇਟ ਹੀਅਰਿੰਗ ਦੇ ਵਿੱਚ ਪਹਿਲੀ ਵਾਰੀ ਜੋ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ ਹਰਮੀਤ ਕੌਰ ਢਿੱਲੋਂ ਉਹਨਾਂ ਦੀ ਹੀਅਰਿੰਗ ਚੱਲ ਰਹੀ ਆ। 4 ਸਰਦਾਰ ਦਸਤਾਰਧਾਰੀ ਉੱਥੇ ਬੈਠੇ ਆ ਤੇ ਉਹਦੇ ਬਾਰੇ ਸਿੱਖ ਆਰਗੇਨਾਈਜੇਸ਼ਨਸ ਕਿਹੜੀਆਂ ਸਪੋਰਟ ਕਰ ਰਹੀਆਂ, ਕਿਹੜੀਆਂ ਚੁੱਪ ਹੈਗੀਆਂ, ਉਹ ਆਪਾਂ ਇੰਡੀਆ ਗਵਰਨਮੈਂਟ, ਇੰਡੀਆ ਦਾ ਗੋਦੀ ਮੀਡੀਆ ਕਿੰਨਾ ਕੁ ਔਖਾ ਆ, ਉਹ ਸਾਰਾ ਕੁਝ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਹਰਮੀਤ ਕੌਰ ਢਿੱਲੋਂ ਜੋ ਅਟਾਰਨੀ ਹੈਗੇ ਆ ਆਪਣੇ ਬੇ ਏਰੀਆ ਤੋਂ, ਟਰੰਪ ਉਹਨਾਂ ਦੇ ਬਹੁਤ ਲਾਗੇ ਆ। ਆਪਾਂ ਦੇਖਿਆ ਵੀ ਪਿਛਲੀ ਵਾਰੀ ਵੀ 2 ਵਾਰੀ ਜਦੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ, ਉਹਨਾਂ ਨੇ ਅਰਦਾਸ ਵੀ ਕੀਤੀ ਸੀ। ਉਹਨਾਂ ਦੀ ਨੋਮੀਨੇਸ਼ਨ ਦੀ ਹੀਅਰਿੰਗ ਐਜ਼ ਏ ਅਸਿਸਟੈਂਟ ਅਟਾਰਨੀ ਜਨਰਲ ਆਫ ਸਟੇਟ ਫਾਰ ਸਿਵਲ ਰਾਈਟਸ, ਹੈ ਨਾ, ਯੂਨਾਈਟਿਡ ਸਟੇਟਸ ਫਾਰ ਸਿਵਲ ਰਾਈਟ ਦੀ ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ ਆ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਕਨਕਲੂਡ ਹੋ ਗਈ, ਖਤਮ ਹੋ ਗਈ, ਹੀਅਰਿੰਗ ਡਨ ਹੋ ਗਈ ਜੀ। ਬਿਲਕੁਲ। ਤੇ ਉਹਨਾਂ ਦਾ ਪਰਿਵਾਰ ਉੱਥੇ ਪਹੁੰਚਿਆ ਹੋਇਆ ਸੀ, ਦਸਤਾਰਧਾਰੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ, ਉਹਨਾਂ ਦੇ ਮਦਰ ਉੱਥੇ ਪਹੁੰਚੇ ਹੋਏ ਸੀ। ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਸਪੋਰਟ ਕੀਤੀ ਹੈਗੀ ਆ, ਉਹਨਾਂ ਦੇ ਹੱਕ ਦੇ ਵਿੱਚ ਲੈਟਰ ਲਿਖਿਆ। ਆਨਰੇਬਲ ਚਾਰਲਸ ਗ੍ਰੈਸਲੀ ਜੋ ਚੇਅਰਮੈਨ ਹੈਗੇ ਆ US ਸੈਨੇਟ ਕਮੇਟੀ ਦੇ ਜੁਡੀਸ਼ਰੀ ਦੇ, ਤੇ ਇਸੇ ਤਰ੍ਹਾਂ ਆਨਰੇਬਲ ਰਿਚਰਡ ਡਰਬਿਨ ਜੋ ਰੈਂਕਿੰਗ ਮੈਂਬਰ ਹੈਗੇ ਆ US ਸੈਨੇਟ ਕਮੇਟੀ ਔਨ ਜੁਡੀਸ਼ਰੀ ਦੇ। ਇਹਦੇ ਵਿੱਚ ਅਮਰੀਕਨ ਕਾਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਰਿਵਰ ਸਾਈਡ ਗੁਰਦੁਆਰਾ ਸਾਹਿਬ ਤੋਂ, ਬਰਾਡਸ਼ਾਹ ਰੋਡ ਦੇ ਗੁਰਦੁਆਰਾ ਸਾਹਿਬ ਤੋਂ, ਫਰੀਮੌਂਟ ਗੁਰਦੁਆਰਾ ਸਾਹਿਬ, ਮਿਲਪੀਟਸ ਗੁਰਦੁਆਰਾ ਸਾਹਿਬ, ਗ੍ਰੀਨਵੁੱਡ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਇਸੇ ਤਰ੍ਹਾਂ ਗੁਰਦੁਆਰਾ ਖਾਲਸਾ ਦਰਬਾਰ, ਨਿਊ ਜਰਸੀ ਤੋਂ, ਸੈਨ ਬਰੀਨੋ ਤੋਂ ਜਿਹੜਾ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਗੁਰੂ ਘਰ ਹੈਗਾ ਆ, ਫ੍ਰਿਜ਼ਨੋ ਤੋਂ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ, ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਤੇ ਯੂਨਾਈਟਿਡ ਸਿੱਖਸ ਵੱਲੋਂ ਮਨਿੰਦਰ ਸਿੰਘ ਜਿਹੜੇ ਆ ਜਕਾਰਾ ਮੂਵਮੈਂਟ, ਤੇ ਅਮਰੀਕਨ ਸਿੱਖ ਕਾਕਸ ਕਮੇਟੀ, ਇਹਨਾਂ ਵੱਲੋਂ ਲੈਟਰ ਲਿਖਿਆ ਗਿਆ ਸੀ। ਸੋ ਉਹਨਾਂ ਦੇ ਕੁਝ ਕੁਐਸਚਨ ਆਨਸਰ ਮੈਂ ਸੁਣੇ ਸੀ। ਸਾਰਿਆਂ ਨੂੰ ਪਤਾ ਹੈ ਕਿ ਹਰਮੀਤ ਕੌਰ ਢਿੱਲੋਂ ਬਹੁਤ ਹੀ ਵਧੀਆ ਵਕੀਲ ਹੈਗੇ ਆ। ਪਿਛਲੇ ਲੰਮੇ ਸਮੇਂ 'ਚ ਸਿੱਖਾਂ ਦੇ ਕਈ ਕੇਸ ਉਹਨਾਂ ਨੇ, ਖਾਸ ਕਰਕੇ ਜਦੋਂ ACLU ਲਈ ਕੰਮ ਕਰਦੇ ਸੀ, ਕਮਲਾ ਹੈਰਿਸ ਵੱਲੋਂ ਕੇਸ ਲਿਆਂਦਾ ਗਿਆ ਸੀ ਵੀ ਦਸਤਾਰਧਾਰੀ ਸਿੱਖ ਨੂੰ ਜੋ ਸੈਕਰਾਮੈਂਟੋ ਏਰੀਏ ਦੇ ਵਿੱਚ ਸ਼ੈਰਿਫ ਦੀ ਜਿਹੜੀ ਜੌਬ ਆ ਉਹ ਨਾ ਦਿੱਤੀ ਜਾਵੇ, ਕਿਉਂਕਿ ਉਹ ਦਸਤਾਰ ਸਜਾਉਂਦੇ ਸੀ, ਤੇ ਇਹਨਾਂ ਨੇ ਇਹ ਕੇਸ ACLU ਵੱਲੋਂ ਲੜਿਆ ਸੀਗਾ। ਉਸ ਤੋਂ ਬਾਅਦ 9/11 ਦੇ ਵੇਲੇ ਬਾਅਦ ਦੇ ਵਿੱਚ ਵੀ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਉਹ ਸਿੱਖਾਂ ਦੇ ਦੀ ਸਪੋਰਟ ਕਰਦੇ ਰਹੇ ਹੈਗੇ ਆ। ਪਰ ਕੁਝ ਆਰਗੇਨਾਈਜੇਸ਼ਨ ਨੇ ਸਪੋਰਟ ਨਹੀਂ ਕੀਤੀ। ਸਿੱਖ ਕੋਲੀਸ਼ਨ ਨੇ ਉਹਨਾਂ ਨੂੰ ਚਿੱਠੀਆਂ ਲਿਖੀਆਂ। ਉਹ ਤੋਂ ਬਾਅਦ ਉਹਨਾਂ ਨੇ ਫਿਰ ਜੁਡੀਸ਼ਰੀ ਕਮੇਟੀ ਨੂੰ ਵੀ ਪਤਾ ਲੱਗਿਆ ਵੀ ਸੈਨੇਟਰਸ ਨੂੰ ਚਿੱਠੀਆਂ ਲਿਖੀਆਂ ਵੀ ਜੀ ਇਹਨਾਂ ਤੋਂ ਕੁਐਸਚਨ ਪੁੱਛੇ ਜਾਣ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ। ਹੋਰ ਕਈ 2020 ਦੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਸੰਬੰਧ ਦੇ ਵਿੱਚ। ਸੋ ਕਈ ਵਾਰ ਕੀ ਹੁੰਦਾ ਆ ਵੀ ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਕਈ ਆਰਗੇਨਾਈਜੇਸ਼ਨਸ ਨਾਲ ਐਗਰੀ ਨਹੀਂ ਕਰਦੇ, ਪਰ ਜੇ ਉਹ ਮੁੱਦਾ ਕੌਮ ਲਈ ਵਧੀਆ ਹੋਵੇ ਤਾਂ ਉੱਥੇ ਜੇ ਸਪੋਰਟ ਨਹੀਂ ਕਰਦੇ ਤਾਂ ਚੁੱਪ ਕਰ ਜਾਣਾ ਚਾਹੀਦਾ ਹੈਗਾ, ਤੇ ਆਪਾਂ ਵੀ ਚੁੱਪ ਕਰ ਜਾਂਦੇ ਹੈਗੇ ਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਕਿ ਕਿਸੇ ਨੂੰ ਸ਼ੱਕ ਆ ਵੀ ਹਰਮੀਤ ਕੌਰ ਢਿੱਲੋਂ ਉਹ ਬੋਲੂਗੀ ਨਹੀਂ। ਇੰਡੀਆ ਦਾ ਮੀਡੀਆ, ਇੰਡੀਆ ਦੀ ਸਰਕਾਰ ਨੇ ਪੂਰਾ ਰੌਲਾ ਪਾਇਆ ਵੀ ਹਰਮੀਤ ਕੌਰ ਢਿੱਲੋਂ ਤਾਂ ਇੱਕ ਖਾਲਿਸਤਾਨ ਦੀ ਸਪੋਰਟਰ ਹੈਗੀ ਆ। ਸੋ ਇਹ ਉਹ ਤੋਂ ਕੁਐਸਚਨ ਪੁੱਛਣਾ ਜਾਂ ਕੁਐਸਚਨ ਐਜ਼ ਏ ਸਿੱਖ ਆਰਗੇਨਾਈਜੇਸ਼ਨ ਜਿਹੜਾ ਪੁੱਛਣਾ, ਹੋਰ ਕਈ ਜਿਹੜੇ ਤੁਹਾਡੇ ਜਿਹੜੇ ਪੋਲੀਟੀਕਲ, ਹਾਂ ਠੀਕ ਆ ਉਹ ਰਿਪਬਲਿਕਨ ਪਾਰਟੀ ਨੂੰ ਬਿਲੋਂਗ ਕਰਦੀ ਆ, ਤੁਹਾਡੇ ਕੁਝ ਆਰਗੇਨਾਈਜੇਸ਼ਨ ਡੈਮੋਕ੍ਰੇਟ ਹੋ ਸਕਦੀਆਂ, ਪਰ ਕਈ ਇਸ਼ੂਜ਼ ਦੇ ਉੱਤੇ ਜੋ ਜੇ ਸਿੱਖ ਕੌਮ ਦੀ ਗੱਲਬਾਤ ਹੋਵੇ ਤੇ ਉਹ ਸਾਨੂੰ ਨਹੀਂ ਬੋਲਣਾ ਚਾਹੀਦਾ ਹੈਗਾ। ਹੁਣ ਇਹ ਨਹੀਂ ਪਤਾ ਵੀ ਸਿੱਖ ਕੋਲੀਸ਼ਨ ਵਾਲੇ ਜਿਹੜੇ ਆ ਉਹ ਕਿੱਥੋਂ ਜਿਹੜੇ ਸਿੱਖ ਹਿਸਟਰੀ ਦਾ ਜਿਹੜਾ ਇਤਿਹਾਸ ਉਹ ਪੜ੍ਹਦੇ ਹੈਗੇ ਆ, ਵੀ ਕਿੱਦਾਂ ਦੇ ਜਿਹੜੇ ਆਈਡੀਏ ਆ ਤੁਸੀਂ ਉਹਨਾਂ ਨੂੰ ਇਹ ਸਪੋਰਟ ਕਰਦੇ ਹੈਗੇ ਆ। ਬਿਲਕੁਲ, ਤੁਸੀਂ ਜਦੋਂ ਚੰਗਾ ਕੰਮ ਕਰਦੇ ਆ ਆਪਾਂ ਤੁਹਾਡੀ ਸਪੋਰਟ ਵੀ ਕਰਦੇ ਆ, ਰੇਡੀਓ ਦੇ ਉੱਤੇ ਵੀ ਅਨਾਉਂਸ ਕਰਦੇ ਆ। ਕੈਲੀਫੋਰਨੀਆ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਪਾਸ ਜਿਹੜਾ ਪੇਸ਼ ਕੀਤਾ ਗਿਆ, ਤੁਸੀਂ ਸਪੋਰਟ ਕੀਤਾ, ਉਹਦੀ ਆਪਾਂ ਸਪੋਰਟ ਕਰਦੇ ਆ। ਪਰ ਕਈ ਜਿਹੜੇ ਇਸ਼ੂਜ਼ ਹੁੰਦੇ ਆ ਉਹ ਸਿਰਫ ਇਸ ਕਰਕੇ ਨਾ ਕਰੋ ਵੀ ਉਹ ਸ਼ਾਇਦ ਰਿਪਬਲਿਕਨ ਪਾਰਟੀ ਦੀ ਮੈਂਬਰ ਆ ਜਾਂ ਉਹ ਉਹਨਾਂ ਨੂੰ ਸਪੋਰਟ ਕਰਦੀ ਆ ਪ੍ਰੈਜ਼ੀਡੈਂਟ ਟਰੰਪ ਨੂੰ, ਤਾਂ ਕਰਕੇ ਆਪਣੇ ਕੈਂਡੀਡੇਟ ਦਾ ਵਿਰੋਧ ਕਰੋ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਕੈਸ਼ ਪਟੇਲ, ਤੁਲਸੀ ਗੈਬਟ, ਉਹਨਾਂ ਦੀ ਵੀ ਤਾਂ ਹੀਅਰਿੰਗ ਹੋਈ ਆ। ਕਿੰਨੀਆਂ ਕੁ ਹਿੰਦੂ ਆਰਗੇਨਾਈਜੇਸ਼ਨਸ ਨੇ, ਹਿੰਦੂ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਹੈਗਾ।
ਸੋ ਸਾਨੂੰ ਇਹ ਲੈਸਨ ਜ਼ਰੂਰ ਉਹਨਾਂ ਤੋਂ ਲਰਨ ਕਰਨਾ ਚਾਹੀਦਾ ਕਿ ਜਿਹੜੇ ਕੁਐਸਚਨ ਤੁਸੀਂ ਹਰਮੀਤ ਕੌਰ ਢਿੱਲੋਂ ਨੂੰ ਪੁੱਛ ਰਹੇ ਆ, ਉਹ ਤੁਸੀਂ ਕੈਸ਼ ਪਟੇਲ, ਪੈਮ ਬੋਂਡੀ ਤੇ ਤੁਲਸੀ ਗੈਬਟ ਉਹਨਾਂ ਨੂੰ ਵੀ ਪੁੱਛੇ ਆ, ਜਾਂ ਜਦੋਂ ਉਹਨਾਂ ਦੀ ਹੀਅਰਿੰਗ ਹੋਈ ਆ ਉਹਨਾਂ ਦੇ ਲਈ ਵੀ ਇਹ ਕੁਐਸਚਨ ਕੀਤੇ ਆ। ਸੋ ਇਹ ਦੇਖਣਾ ਚਾਹੀਦਾ, ਜੇ ਤੁਹਾਨੂੰ ਸਿੱਖ ਸਪੋਰਟ ਕਰਦੇ ਹੈਗੇ ਆ, ਸਿੱਖ ਜਥੇਬੰਦੀਆਂ ਸਪੋਰਟ ਕਰਦੀਆਂ, ਤੇ ਘੱਟੋ ਘੱਟ ਇਸ ਇਸ਼ੂ ਦੇ ਉੱਤੇ ਤੁਹਾਡਾ ਜਿਹੜਾ ਆ ਉਹ ਜ਼ਰੂਰ ਸੋਚਣਾ ਬਣਦਾ ਹੈਗਾ ਵੀ ਜੇ ਆਪਾਂ ਸਪੋਰਟ ਨਹੀਂ ਵੀ ਕਰਨੀ ਤਾਂ ਉਸ ਇਸ਼ੂ ਦੇ ਉੱਤੇ ਚੁੱਪ ਰਹੀਏ। ਤੇ ਜੇ ਹੁਣ ਜਿਹੜੇ ਸੈਨੇਟਰਸ ਆ ਉਹ ਦੇਖਣ ਵੀ, ਦੇਖੋ ਇੱਕ ਜਥੇਬੰਦੀ ਤਾਂ ਆਹ ਕਹਿ ਰਹੀ ਆ ਜਿਹੜੀ ਸਿੱਖਾਂ ਦੀ, ਇਹ ਵੀ ਕਹਿੰਦੇ ਆ ਵੀ ਅਸੀਂ ਸਿਵਲ ਰਾਈਟਸ ਦੇ ਲਈ ਲੜਦੇ ਆ, ਤੇ ਦੂਜੇ ਪਾਸੇ ਜਿਹਨੂੰ ਤੁਸੀਂ ਚੁਣਨ ਜਾ ਰਹੇ ਆ ਉਹ ਤੋਂ ਹੀ ਇਹ ਕੁਐਸਚਨ ਪੁੱਛ ਰਹੇ ਆ, ਤਾਂ ਫਿਰ ਉਹ ਕਨਫਲਿਕਟ ਤਾਂ ਹੁੰਦਾ ਹੈਗਾ। ਸੋ ਬਿਲਕੁਲ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਹਰਮੀਤ ਕੌਰ ਢਿੱਲੋਂ ਦੀ। ਮੇਰੇ ਖਿਆਲ ਨਾਲ ਇੱਕੋ ਇੱਕ ਪੰਜਾਬੀ ਹੋਊਗੀ ਟਰੰਪ ਐਡਮਿਨਿਸਟ੍ਰੇਸ਼ਨ ਤੇ ਜਿਹੜੀ ਜੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਆ ਗੁੱਡ ਪੋਜੀਸ਼ਨ ਦੇ ਲਈ। ਬਾਕੀ ਆਪਾਂ ਦੇਖਿਆ ਵੀ ਹੋਰ ਭਾਰਤੀ ਮੂਲ ਦੇ ਜਾਂ ਇੰਡੀਆ ਦੇ ਨਾਲ ਕਨੈਕਟਡ ਕਿੰਨੇ ਜ਼ਿਆਦਾ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਲਰੇਡੀ ਨੋਮੀਨੇਟ ਜਾਂ ਅਪਾਇੰਟ ਹੋ ਚੁੱਕੇ ਹੈਗੇ ਆ। ਜੀ, ਸੋ ਇਹ ਚਿੱਠੀ ਜਿਹੜੀ ਲਿਖੀ ਗਈ ਆ ਉਹਨਾਂ ਦੇ ਹੱਕ ਦੇ ਵਿੱਚ, ਕਹਿੰਦੇ ਵੀ ਰਿਲੀਜੀਅਸ ਫਰੀਡਮ ਕੇਸਾਂ ਦੇ ਵਿੱਚ ਜਿਹੜੇ ਹਰਮੀਤ ਕੌਰ ਢਿੱਲੋਂ ਆ ਉਹਨਾਂ ਨੇ ਬੜੀ ਅਹਿਮ ਭੂਮਿਕਾ ਜਿਹੜੀ ਉਹ ਨਿਭਾਈ ਆ, ਜਿੱਥੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਆ। ਸੋ ਉਹਨਾਂ ਦੇ ਸਵਾਲ ਜਵਾਬ ਦੇ ਵਿੱਚ ਉਹਨਾਂ ਨੂੰ ਜਿਊਜ਼ ਦੇ ਬਾਰੇ, ਕ੍ਰਿਸਚਨਸ ਦੇ ਬਾਰੇ, ਕਾਲਜਿਸ ਦੇ ਵਿੱਚ ਜਿਹੜੀ ਹੁੰਦੀ ਐਕਟਿਵਿਜ਼ਮ ਹੁੰਦੀ, ਉਹਦੇ ਬਾਰੇ ਵੀ ਜਿਹੜੇ ਉਹ ਪੁੱਛਿਆ ਗਿਆ ਆ। ਉੱਥੇ ਸਵਾਲ ਉਹਨਾਂ ਨੂੰ ਇਹ ਵੀ ਪੁੱਛੇ ਗਏ ਆਪਣੀ ਹੀਅਰਿੰਗ ਦੇ ਵਿੱਚ ਵੀ ਕੀ ਜੇ ਰਾਸ਼ਟਰਪਤੀ ਟਰੰਪ ਕੋਈ ਕਾਨੂੰਨ ਦੇ ਉਲਟ ਕੰਮ ਕਰਦੇ ਆ, ਤੁਸੀਂ ਉੱਥੇ ਕੀ ਸਟੈਂਡ ਲਓਗੇ? ਉੱਥੇ ਉਹਨਾਂ ਦਾ ਇਹ ਜਵਾਬ ਸੀਗਾ ਵੀ ਮੈਂ ਇੰਨੇ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੀ ਆਈ, ਉਹਨਾਂ ਨੇ ਅਜੇ ਤੱਕ ਤਾਂ ਮੈਨੂੰ ਕਦੀ ਇੱਦਾਂ ਦੇ ਕਾਨੂੰਨ ਦੇ ਉਲਟ ਜਾਣ ਦੀ ਗੱਲ ਨਹੀਂ ਆਖੀ, ਸੋ ਮੈਨੂੰ ਨਹੀਂ ਲੱਗਦਾ ਵੀ ਇੱਦਾਂ ਦੀ ਕਦੀ ਨੌਬਤ ਜਿਹੜੀ ਉਹ ਆਵੇਗੀ। ਸੋ ਇਹ ਜਿਹੜੀ ਚੀਜ਼ ਉਹਨਾਂ ਨੇ ਦੱਸੀ ਹੈ। ਤਰਲੋਚਨ ਸਿੰਘ ਉਬਰਾਏ ਹੋਣਾ ਦਾ ਜਿਹੜਾ ਕੇਸ ਆ ਸਾਰਿਆਂ ਨੂੰ ਯਾਦ ਹੋਣਾ ਹੈ, ਜਿਹੜੇ ਕੈਲੀਫੋਰਨੀਆ ਪ੍ਰਿਜ਼ਨ ਗਾਰਡ ਦੇ ਸਿੱਖ ਐਪਲੀਕੈਂਟ ਸੀ, ਜਿਨ੍ਹਾਂ ਨੇ ਹਰ ਇੱਕ ਇੰਪਲੋਇਮੈਂਟ ਦਾ ਕ੍ਰਾਈਟੀਰੀਆ ਜਿਹੜਾ ਉਹ ਪਾਸ ਕਰ ਲਿਆ ਸੀ, ਪਰ ਫਿਰ ਵੀ ਉਹਨਾਂ ਦੀ ਪੋਜੀਸ਼ਨ ਉਹਨਾਂ ਨੂੰ ਰਿਫਿਊਜ਼ ਕਰ ਦਿੱਤੀ ਸੀ, ਕਿਉਂਕਿ ਉਹ ਦਾੜੀ ਜਿਹੜੀ ਉਹਨਾਂ ਦੇ ਸੀਗੀ, ਜੋ ਕਿ ਸਿੱਖੀ ਦੇ ਲਈ ਇੱਕ ਅਹਿਮ ਚੀਜ਼ ਹੈਗੀ ਆ। ਫਿਰ ਬਾਅਦ ਦੇ ਵਿੱਚ ਜਿਹੜੇ ਹਰਮੀਤ ਕੌਰ ਢਿੱਲੋਂ ਆ ਉਹਨਾਂ ਦੇ ਦੁਆਰਾ ਤਰਲੋਚਨ ਸਿੰਘ ਉਬਰਾਏ ਹੋਣਾ ਦਾ ਕੇਸ ਲੜਿਆ ਗਿਆ, ਤੇ ਇਵੈਂਚੁਅਲੀ ਜਿਹੜੀ ਇਹ ਐਕਸੈਪਸ਼ਨ ਉਹਨਾਂ ਨੇ ਲੈ ਕੇ ਦਿੱਤੀ ਵੀ ਪ੍ਰਿਜ਼ਨ ਡਿਪਾਰਟਮੈਂਟ ਜਿਹੜਾ ਨੋ ਬੀਅਰਡ ਰੂਲ ਆ ਉਸ ਨੂੰ ਉਹਨਾਂ ਨੇ ਹਟਾ ਕੇ ਇੱਕ ਮੈਡੀਕਲ ਅਕਮੋਡੇਸ਼ਨ ਦੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਫਿਰ ਜਿੱਤ ਪ੍ਰਾਪਤ ਹੋਈ ਸੀ, ਤੇ ਉਬਰਾਏ ਹੋਣੀ ਬਾਅਦ ਦੇ ਵਿੱਚ ਐਜ਼ ਏ ਪ੍ਰਿਜ਼ਨ ਗਾਰਡ ਜਿਹੜਾ ਉਹ ਕੰਮ ਕੀਤਾ। ਸੋ ਪ੍ਰੋ ਬੋਨੋ ਰਿਲੀਜੀਅਸ ਫਰੀਡਮ ਕੇਸ ਸੀਗਾ। ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਨਾਰਥ ਕੈਰੋਲੀਨਾ ਦੇ ਵਿੱਚ ਇਹ ਵੱਡੇ ਹੋਏ ਆ। ਉਹਨਾਂ ਦੇ ਪਰਿਵਾਰਕ ਜਿਹੜੇ ਮਾਤਾ ਪਿਤਾ ਆ ਉਹ ਵੀ ਪ੍ਰੋਮੀਨੈਂਟ ਜਿਹੜੇ ਉਹ ਬੰਦੇ ਸੀਗੇ। ਉਹਨਾਂ ਦੀ ਜਿਹੜੀ ਇਹ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਆਪਣਾ ਜਿਹੜੀ ਉਹਨਾਂ ਦੀ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਉਹ ਚੱਲਦੀ ਹੈਗੀ ਆ। ਲੱਗਦਾ ਨਹੀਂ ਆ ਵੀ ਇਹਨਾਂ ਦੀ ਜਿਹੜੀ ਕਿਸੇ ਤਰੀਕੇ ਦੇ ਨਾਲ ਕੋਈ ਜ਼ਿਆਦਾ ਵਿਰੋਧਤਾ ਜਿਹੜੀ ਉਹ ਨਜ਼ਰ ਆਊਗੀ। ਮੈਨੂੰ ਉਮੀਦ ਹੈਗੀ ਹੈ ਵੀ ਕਨਫਰਮੇਸ਼ਨ ਇਹਨਾਂ ਦੀ ਆਸਾਨੀ ਦੇ ਨਾਲ ਇਸ ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਉੱਦਾਂ ਜੇ ਦੇਖਿਆ ਜਾਵੇ ਕੇਬਲ ਨਿਊਜ਼, ਪੋਡਕਾਸਟ ਤੇ ਹੋਰ ਟ੍ਰੈਡੀਸ਼ਨਲ ਮੀਡੀਆ ਦੇ ਉੱਤੇ ਜਿਹੜੇ ਆਡੀਅנס ਆ ਉਹ ਹਰਮੀਤ ਕੌਰ ਢਿੱਲੋਂ ਹੋਣਾ ਨੂੰ ਜਿਹੜਾ ਉਹ ਜਾਣਦੇ ਆ, ਵੱਖ-ਵੱਖ ਨੈਸ਼ਨਲ ਇਸ਼ੂਜ਼ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਆ। ਮੈਜੋਰਟੀ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੇ ਜਿਹੜੀ ਹਰਮੀਤ ਕੌਰ ਢਿੱਲੋਂ ਹੋਣਾ ਦੀ ਸਪੋਰਟ ਕੀਤੀ ਆ। ਸੋ ਜਿਹੜੇ ਸਵਾਲ ਜਿਹੜੇ ਹੁੰਦੇ ਆ ਚਲੋ ਕਰ ਲੈਣੇ ਚਾਹੀਦੇ ਆ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਵੀ ਕਈ ਵਾਰੀ ਬਿਹਾਈਂਡ ਦਾ ਸੀਨ ਵੀ ਜਿਹੜੇ ਸਵਾਲ ਆ ਉਹਨਾਂ ਨੂੰ ਉਹ ਕੀਤੇ ਜਾ ਸਕਦੇ ਆ ਵੀ ਭਾਈ ਤੁਸੀਂ ਇਹ ਚੀਜ਼ਾਂ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖੋ। ਪਹਿਲੀ ਤਾਂ ਗੱਲ ਆ ਵੀ ਆਪਣੇ ਜਿਹੜੇ ਲੋਕ ਆ ਕੋਈ ਬਾਹੜੇ ਉਸ ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਹੀਂ ਆ। ਜੇ ਕੋਈ ਉਸ ਵਿਚਾਰਧਾਰਾ ਵਾਲਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ, ਜਿਹਨੂੰ ਦੇਖ ਕੇ ਖਾਸ ਕਰਕੇ ਭਾਰਤ ਵਾਲੇ ਤੜਫ ਰਹੇ ਆ, ਸੋ ਉਹਨਾਂ ਦੀ ਸਪੋਰਟ ਕਰਕੇ ਉਹ ਕਿੱਦਾਂ ਜਿਹੜੀ ਆ ਉਹਨਾਂ ਦੀ ਉਸ ਪੋਜੀਸ਼ਨ ਨੂੰ ਆਪਣੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਹੱਲ ਕਰਨ ਦੇ ਲਈ ਜਿਹੜਾ ਉਹ ਵਰਤਿਆ ਜਾਣਾ ਚਾਹੀਦਾ ਆ। ਇਹ ਵੀ ਇੱਕ ਜ਼ਰੂਰ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਸੋ ਮੇ ਬੀ ਚਿੱਠੀ ਲਿਖਣ ਤੋਂ ਪਹਿਲਾਂ ਉਹਨਾਂ ਨੂੰ ਸਵਾਲ ਜਿਹੜੇ ਕਰਨ ਤੋਂ ਪਹਿਲਾਂ ਮੇ ਬੀ ਉਹਨਾਂ ਦੇ ਨਾਲ ਸ਼ਾਇਦ ਵਨ ਔਨ ਵਨ ਮੀਟਿੰਗ ਕਰਕੇ ਜਿਹੜੇ ਉਹਨਾਂ ਤੋਂ ਜਵਾਬ ਜਿਹੜੇ ਉਹ ਲੈ ਲਏ ਜਾਂਦੇ ਵੀ ਉਹ ਕੀ ਸੋਚਦੇ ਨੇ ਉਹਨਾਂ ਜਿਹੜੇ ਇਸ਼ੂਜ਼ ਦੇ ਉੱਤੇ। ਤੇ ਸਵਾਲ ਪੁੱਛਣਾ ਕੋਈ ਮਾੜੀ ਗੱਲ ਨਹੀਂ, ਪਰ ਇਹ ਆ ਵੀ ਮੌਕਾ ਹੁੰਦਾ ਆ, ਤਰੀਕਾ ਹੁੰਦਾ ਆ, ਉਸ ਦੀ ਜਿਹੜਾ ਆ ਉਹ ਤਰੀਕੇ ਨੂੰ ਜਿਹੜਾ ਉਹ ਵਰਤਣ ਦੀ ਜ਼ਰੂਰਤ ਹੁੰਦੀ ਆ। ਸੰਜੀਦਗੀ ਦੇ ਨਾਲ ਜਿਹੜਾ ਇਹੋ ਜਿਹੇ ਮੌਕਿਆਂ ਦੇ ਉੱਤੇ ਕੰਮ ਕਰਨ ਦੀ
ਜ਼ਰੂਰਤ ਰਹਿੰਦੀ ਆ। ਬਿਲਕੁਲ, ਜਦੋਂ ਤੁਸੀਂ ਪ੍ਰੈਸ ਰਿਲੀਜ਼ ਕਰਦੇ ਆ ਉਹਦੇ 'ਚ ਇਹ ਕਹਿੰਦੇ ਆ ਵੀ ਜੀ ਨਹੀਂ ਜਿਹੜੀ ਕੋਈ ਸਿਲੈਕਸ਼ਨ ਹੋਣੀ ਆ ਉਹ ਮੈਰਿਟ ਬੇਸ ਤੇ ਹੋਣੀ ਚਾਹੀਦੀ ਆ, ਨਾ ਕਿ ਕੋਈ ਕਿਸੇ ਦੇ ਧਰਮ ਦੇ ਬੇਸ ਤੇ। ਦੂਜੇ ਪਾਸੇ ਤੁਸੀਂ ਕਹਿ ਰਹੇ ਆ ਵੀ ਇਹ ਸਿੱਖ ਕੋਲੀਸ਼ਨ ਨੇ ਲਿਖਿਆ ਜਿਹੜਾ ਲੈਟਰ ਹੈਗਾ ਆ ਵੀ ਕੋਈ ਧਰਮ ਬੇਸ ਤੇ ਕੋਈ ਮੈਰਿਟ ਬੇਸ ਤੇ ਟੋਟਲੀ ਤੁਹਾਡੀ ਜਿਹੜੀ ਆ ਨੋਮੀਨੇਸ਼ਨ ਹੋਣੀ ਚਾਹੀਦੀ। ਪਰ ਦੂਜੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੈਗੇ ਆ ਵੀ ਤੁਹਾਡੇ ਕੀ ਵਿਚਾਰ ਹੈਗੇ ਆ DEI ਤੇ ਵੋਕ ਤੇ ਰੇਨਬੋ ਤੇ ਹੋਰ, ਵੀ ਉਹਨਾਂ ਦਾ ਕੀ ਸਿੱਖੀ ਦੇ ਨਾਲ ਇੱਥੇ ਲੈਣਾ ਦੇਣਾ ਹੈਗਾ। ਸੋ ਆਪਣੇ ਆਪ ਹੀ ਕੰਟਰਾਡਿਕਟ ਕਰੀ ਜਾਂਦੇ। ਸੋ ਆਪਾਂ ਸਾਰਿਆਂ ਨੂੰ ਜੇ ਇੱਕ ਆਪਣੀ ਕੋਈ ਪੰਜਾਬੀ ਕੁੜੀ ਜਾ ਰਹੀ ਹੈਗੀ ਆ ਉਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹਦਾ ਸਿੱਖਾਂ ਪ੍ਰਤੀ ਉਹਨੇ ਕੀ ਕੀਤਾ ਹੈ ਉਹ ਸਾਰਿਆਂ ਨੂੰ ਪਤਾ ਹੈ। ਕੋਈ ਨੈਗੇਟਿਵ ਨਹੀਂ ਕਿਤੇ ਵੀ ਆਪਾਂ ਖਬਰ ਟਰੈਕ ਰੈਕਡ ਬੋਲਦਾ ਹੈ ਉਸ ਦਾ। ਜੇ ਕੋਈ ਨੈਗੇਟਿਵ ਹੁੰਦਾ ਆਪਾਂ ਬਿਲਕੁਲ ਰੇਡੀਓ ਤੇ ਦੱਸਦੇ ਵੀ ਭਾਈ ਇੱਥੇ ਉਹਨਾਂ ਦਾ ਜਿਹੜਾ ਸਟੈਂਡ ਗਲਤ ਸੀਗਾ। ਜਿੱਦਾਂ ਆਪਾਂ ਸਿੱਖ ਕੋਲੀਸ਼ਨ ਦਾ ਕਹਿ ਰਹੇ ਹਾਂ ਵੀ ਜਦੋਂ ਤੁਸੀਂ ਸਹੀ ਆ, ਜਿੱਥੇ ਤੁਸੀਂ ਟ੍ਰਾਂਸਨੈਸ਼ਨਲ ਆਪਰੇਸ਼ਨ ਕੈਲੀਫੋਰਨੀਆ ਦੇ ਵਿੱਚ ਬਿੱਲ ਲੈ ਕੇ ਆਂਦਾ ਸਾਈਨ ਕੀਤਾ ਉੱਥੇ ਨਾਲ ਆ, ਪਰ ਜਿੱਥੇ ਤੁਸੀਂ ਬਿਨਾਂ ਕਿਸੇ ਗੱਲ ਤੇ ਵਿਰੋਧ ਕਰ ਰਹੇ ਹੋ ਉਹ ਚੀਜ਼ ਗਲਤ ਹੈਗੀ ਆ। ਸੋ ਸਾਨੂੰ ਸਪੋਰਟ ਕਰਨੀ ਚਾਹੀਦੀ ਆ। ਮੇਰੇ ਖਿਆਲ ਨਾਲ ਇੱਕੋ ਹੀ ਇੱਕ ਪੰਜਾਬੀ ਹੋਊਗੀ ਟਰੰਪ ਐਡਮਿਨਿਸਟ੍ਰੇਸ਼ਨ ਤੇ, ਜੇ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਇਸ ਵੱਡੀ ਪੋਜੀਸ਼ਨ ਤੇ, ਸਿਵਲ ਰਾਈਟਸ ਵਾਲੀ ਪੋਜੀਸ਼ਨ ਦੇ ਉੱਤੇ ਹੈਗੀ ਆ। ਸੋ ਸਾਡੇ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਤੇ ਸਾਨੂੰ ਸਪੋਰਟ ਕਰਨੀ ਚਾਹੀਦੀ ਆ, ਤੇ ਜੇ ਨਹੀਂ ਸਪੋਰਟ ਕਰਨੀ ਤੇ ਘੱਟੋ ਘੱਟ ਚੁੱਪ ਰਹਿ ਜਾਣਾ ਚਾਹੀਦਾ ਹੈਗਾ। ਕਈ ਵਾਰੀ ਹਰਜੋਤ ਸਿੰਘ ਜੀ ਕਈ ਆਰਗੇਨਾਈਜੇਸ਼ਨਾਂ ਦੇ ਨਾਲ ਇਦਾਂ ਹੀ ਹੁੰਦਾ, ਬਾਅਦ ਦੇ ਵਿੱਚ ਸਮਝ ਆਉਂਦੀ ਆ ਵੀ ਇਹ ਆਪਾਂ ਇਦਾਂ ਸ਼ਾਇਦ ਨਾ ਕਰਦੇ। ਬਹੁਤ ਸਾਰੇ ਜਿਹੜੇ ਲੋਕ ਆ ਉਹ ਇਦਾਂ ਹੀ ਹੁੰਦਾ, ਮਾਹੌਲ ਦੇਖਦੇ ਹੋਏ ਜਿਹੜੇ ਆ ਸਮੇਂ ਦੇ ਵਹਿਣ 'ਚ ਬਹਿ ਕੇ ਡਿਸੀਜ਼ਨ ਲੈ ਪੈਂਦੇ, ਜਿਹਨੂੰ ਬਾਅਦ 'ਚ ਬੰਦਾ ਕਈ ਵਾਰੀ ਰਿਗਰੈਟ ਵੀ ਜਿਹੜਾ ਉਹ ਕਰਦਾ। ਸੋ ਜਿਹੜੇ ਵੀ ਲੋਕ ਉਹਨਾਂ ਦੇ ਨਾਲ ਨੇ, ਚਲੋ ਕੋਈ ਨਹੀਂ, ਸਵਾਲ ਤੁਸੀਂ ਉਹਨਾਂ ਨੂੰ ਪੁੱਛੋ, ਪਰਸਨਲ ਤੌਰ ਦੇ ਉੱਤੇ ਪੁੱਛ ਕੇ ਕਹੋ ਵੀ ਭਾਈ ਆਪਾਂ ਆਹ ਚੀਜ਼ਾਂ ਦੇ ਉੱਤੇ ਕੰਮ ਕਰਨ ਵਾਲਾ ਆ। ਜਿਹੜੇ ਹੇਟ ਕ੍ਰਾਈਮ ਇੰਨੇ ਵਧੇ ਆ, FBI ਦਾ ਆਪਣਾ ਹੀ ਡਾਟਾ ਜਿਹੜਾ ਉਹ ਸਿੱਖਾਂ ਨੂੰ ਲੈ ਕੇ ਜਿਹੜਾ FBI ਦਾ ਡਾਟਾ ਜਿਹੜਾ ਉਹ ਪੇਸ਼ ਕਰਦਾ ਵੀ ਉਹਦੇ ਲਈ ਆਪਾਂ ਕਿੱਦਾਂ ਜਿਹੜਾ ਹੋਰ ਕੰਮ ਕਰ ਸਕਦੇ ਹਾਂ। ਐਂਟੀ ਕ੍ਰਿਸਚਨ ਬਾਇਸ ਨੂੰ ਲੈ ਕੇ ਜਿੱਦਾਂ ਟਰੰਪ ਹੋਣਾ ਨੇ ਪੈਮ ਬੋਂਡੀ ਨੂੰ ਆਖਿਆ ਆ ਵੀ ਭਾਈ ਤੁਸੀਂ ਇੱਕ ਬਣਾਓ, ਦੇਖੋ ਵੀ ਇਹਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ। ਸੋ ਸਿਵਲ ਰਾਈਟ ਦੇ ਇੱਕ ਜੇ ਡਿਪਟੀ ਅਸਿਸਟੈਂਟ ਜਨਰਲ ਤੁਸੀਂ ਬਣਦੇ ਆ, ਤੁਸੀਂ ਇਹ ਦੇਖੋ ਵੀ ਐਂਟੀ ਸਿੱਖ ਜਿਹੜੀ ਹੇਟ ਆ ਉਸ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਤੁਸੀਂ ਕੰਮ ਕਰ ਸਕਦੇ, ਮਿਲ ਕੇ ਕਿੱਦਾਂ ਕੰਮ ਜਿਹੜਾ ਉਹ ਕਰਨਾ ਆ। ਸੋ ਉਹ ਚੀਜ਼ਾਂ ਜਿਹੜੀਆਂ ਇੱਥੇ ਜਿਹੜੀਆਂ ਜ਼ਰੂਰੀ ਹੈਗੀਆਂ ਆ, ਜਿੱਥੇ ਆਪਾਂ ਨੂੰ ਇਹ ਹਮੇਸ਼ਾ ਹੀ ਖਤਰਾ ਹੈ ਵੀ ਜਿਹੜੇ ਭਾਰਤ ਪੱਖੀ ਲੋਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕੋਲ ਆ ਉਹ ਜਾ ਰਹੇ ਆ, ਜਾਂ ਐਂਟੀ ਸਿੱਖ ਏਜੰਡੇ ਵਾਲੇ ਜਿਹੜੇ ਲੋਕ ਆ ਜੇ ਉਹਦੇ ਵਿੱਚ ਜਾ ਰਹੇ ਆ, ਤੇ ਜੇ ਕੋਈ ਪ੍ਰੋ ਸਿੱਖ ਜਾ ਰਿਹਾ ਆ ਤਾਂ ਉਹਦੀ ਸਪੋਰਟ ਕਰਕੇ ਉਸਨੂੰ ਕਾਊਂਟਰ ਕਿੱਦਾਂ ਕਰਨਾ ਆ। ਇਸ ਦੇ ਉੱਤੇ ਆਪਾਂ ਨੂੰ ਜਿਹੜਾ ਉਹ ਮਿਲ ਜੁਲ ਕੇ ਜਿਹੜਾ ਉਹ ਧਿਆਨ ਦੇਣ ਦੀ ਜ਼ਰੂਰਤ ਆ। ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਗੱਲ ਕੋਈ ਬਾਹੜੀ ਆਪਾਂ ਅੱਗੇ ਨਹੀਂ ਵੱਧ ਸਕਾਂਗੇ। ਸੋ ਚਲੋ ਜੇ ਉਹਨਾਂ ਨੇ ਉਹ ਕਰਤਾ ਆ ਤੇ ਉਹਨਾਂ ਨੂੰ ਸਮਝ ਲੈਣਾ ਜਿਹੜਾ ਉਹ ਚਾਹੀਦਾ। ਮੈਂ ਦੇਖਿਆ ਸੀ ਸ਼ਾਇਦ ਉਹਨਾਂ ਨੇ ਹਰਜੋਤ ਸਿੰਘ ਜੀ ਬਾਅਦ ਚੋਂ ਟਵੀਟ ਡਿਲੀਟ ਵੀ ਕਰ ਲਿਆ ਆ। ਮੈਨੂੰ ਲੱਗਦਾ ਉਹਨਾਂ ਨੂੰ ਵੀ ਪੁਸ਼ਬੈਕ ਦਾ ਜਿਹੜਾ ਕਮਿਊਨਿਟੀ ਦੇ ਵਿੱਚੋਂ ਹੀ ਸਾਹਮਣਾ ਜਿਹੜਾ ਉਹ ਕਰਨਾ ਪਿਆ। ਚਿੱਠੀ ਜਿਹੜੀ ਉਹਨਾਂ ਦੀ ਜਿਹੜੀ ਸੀਗੀ ਉਹ ਉਹਨਾਂ ਨੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਿਹੜੀ ਉਹ ਜ਼ਰੂਰ ਹੈਗੀ ਆ, ਪਰ ਮੈਨੂੰ ਲੱਗਦਾ ਜਿਹੜਾ ਟਵੀਟ ਉਸ ਟਾਈਮ ਦੇ ਉੱਤੇ ਕੀਤਾ ਸੀ ਸ਼ਾਇਦ ਉਸ ਨੂੰ ਉਹਨਾਂ ਨੇ ਬਾਅਦ 'ਚ ਡਿਲੀਟ ਜਿਹੜਾ ਉਹ ਕਰ ਲਿਆ ਸੀਗਾ। ਸੋ ਹਰਮੀਤ ਕੌਰ ਢਿੱਲੋਂ ਤੋਂ ਸਾਨੂੰ ਆਸਾਂ ਨੇ, ਉਮੀਦਾਂ ਨੇ ਵੀ ਜਿਹੜੇ ਸਿੱਖਾਂ ਦੇ ਜਿਹੜੇ ਬਹੁਤ ਸਾਰੇ ਇਸ਼ੂਜ਼ ਆ, ਉੱਦਾਂ ਵੀ ਸਿਵਲ ਰਾਈਟਸ ਦੇ ਜਿਹੜੇ ਇਸ਼ੂ ਆ, ਰਿਲੀਜੀਅਸ ਫਰੀਡਮ ਦੇ ਜਿਹੜੇ ਇਸ਼ੂ ਆ, ਉਸ ਨੂੰ ਲੈ ਕੇ ਉਹ ਅੱਗੇ ਗੱਲ ਕਰਨ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਇੱਥੇ ਹਰਮੀਤ ਕੌਰ ਢਿੱਲੋਂ ਤੋਂ ਅਸੀਂ ਇਹ ਵੀ ਉਮੀਦ ਰੱਖਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਬਹੁਤ ਹੀ ਬੇਕਰਕ ਤਰੀਕੇ ਦੇ ਨਾਲ ਜਿਹੜੇ ਡਿਪੋਰਟੀ ਆ, ਸਿੱਖ ਡਿਪੋਰਟੀ ਆ, ਉਹਨਾਂ ਦੀਆਂ ਦਸਤਾਰਾਂ ਲਾ ਕੇ ਘੱਲਿਆ ਗਿਆ, ਜਿਸ ਅਣਮਨੁੱਖੀ ਤਰੀਕੇ ਦੇ ਨਾਲ ਉਹਨਾਂ ਨੂੰ ਘੱਲਿਆ ਗਿਆ ਆ, ਵੀ ਉਸਦੇ ਪ੍ਰਤੀ ਵੀ ਆਵਾਜ਼ ਜਿਹੜੀ ਉਹ ਚੱਕਣ, ਮਨੁੱਖੀ ਵਰਤਾਰੇ ਦੇ ਨਾਲ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਹੋਣ। ਰਿਲੀਜੀਅਸ ਫਰੀਡਮ ਦੀ ਜਿਹੜੀ ਉਹ ਇੰਨੀ ਲੰਬੀ ਲੜਾਈ ਲੜਦੇ ਆ ਰਹੇ ਆ, ਇੰਨੇ ਚਿਰ ਤੋਂ ਲੜਾਈ ਲੜਦੇ ਆ ਰਹੇ ਆ, ਉਹ ਉਹਨਾਂ ਲੋਕਾਂ ਦੇ ਵੀ ਲਈ ਵੀ ਜਿਹੜੀ ਉਹ ਲੜਨ, ਚਾਹੇ ਉਹ ਇੱਥੇ ਦੇ ਸਿਟੀਜ਼ਨ ਨਹੀਂ, ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਆਏ ਆ, ਪਰ ਇੱਕ ਰਿਲੀਜੀਅਸ ਫਰੀਡਮ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਵੈਸਟ ਸੈਕਰਾਮੈਂਟੋ ਗੁਰੂ ਘਰ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਆ, ਉਹ ਉਹਨਾਂ ਦੇ ਨਾਲ ਮਿਲ ਕੇ ਜਿੱਥੇ ਆਈਸ ਵਾਲਿਆਂ ਦੇ ਛਾਪਿਆਂ ਦੇ ਉੱਤੇ ਪੱਕੀ ਜਿਹੜੀ ਉਹ ਰੋਕ ਲਾਉਣ ਵਾਲੀ ਗੱਲ ਕੀਤੀ ਹੈ। ਛਾਪਾ ਕੋਈ ਵੱਜਿਆ ਨਹੀਂ ਸੀਗਾ, ਇਸ ਚੀਜ਼ ਦੇ ਉੱਤੇ ਕੋਈ ਛਾਪਾ ਜਿਹੜਾ ਉਹ ਵੱਜਿਆ ਨਹੀਂ ਸੀਗਾ, ਪਰ ਟਰੰਪ ਉਹਨਾਂ ਨੇ ਉਦੋਂ ਕਹਿਤਾ ਸੀਗਾ ਵੀ ਕਰ ਸਕਦੇ ਆ। ਆਈਸ ਨੇ ਕੋਈ ਛਾਪਾ ਮਾਰਿਆ ਨਹੀਂ ਸੀਗਾ, ਪਰ ਕੇਸ ਕਰਕੇ ਉਹਨਾਂ ਨੇ ਉਹ ਚੀਜ਼ ਦਾ ਰਾਹ ਹੀ ਪੱਕਾ ਬੰਦ ਕਰਤਾ ਵੀ ਭਾਈ ਤੁਸੀਂ ਛਾਪਾ ਇਹੋ ਜਿਹੀਆਂ ਥਾਵਾਂ ਦੇ ਉੱਤੇ, ਧਾਰਮਿਕ ਥਾਵਾਂ ਦੇ ਉੱਤੇ ਨਹੀਂ ਮਾਰ ਸਕਦੇ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਆ, ਮਿਲ ਜੁਲ ਕੇ ਆਪਣੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਸੋਲਵ ਕਰਨ ਦੇ ਉੱਤੇ ਜਿਹੜੀ ਚਰਚਾ ਆ ਉਹ ਹੋਣੀ ਚਾਹੀਦੀ ਹੈਗੀ ਆ। ਸੋ ਬਿਲਕੁਲ ਅਮਰੀਕਾ ਦੇ ਵਿੱਚ ਰਿਪਬਲਿਕਨ ਵੀ ਸਿੱਖ ਹੈਗੇ ਆ, ਡੈਮੋਕ੍ਰੇਟ ਵੀ ਹੈਗੇ ਆ, ਇੰਡੀਪੈਂਡੈਂਟ ਵੀ ਹੈਗੇ ਆ,
ਪਰ ਜਿੱਥੇ ਇੱਕ ਸਾਂਝਾ ਇਸ਼ੂ ਹੁੰਦਾ ਹੈ ਉੱਥੇ ਜ਼ਰੂਰ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹੀ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਹਰਮੀਤ ਕੌਰ ਢਿੱਲੋਂ ਦੇ ਹੱਕ ਦੇ ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਨੂੰ ਚਿੱਠੀ ਲਿਖੀ ਆ, ਉਸੇ ਆਰਗੇਨਾਈਜੇਸ਼ਨ ਨੇ ਜੋ ਨਵੇਂ ਬਣੇ ਅਟਾਰਨੀ ਜਨਰਲ ਪੈਮ ਬੌਂਡੀ ਆ, ਉਹਨਾਂ ਨੂੰ ਵੀ ਲੈਟਰ ਲਿਖਿਆ ਸੀ, ਭਾਈ ਜੋ ਕੋਈ ਇਲੀਗਲ ਆ ਬਿਲਕੁਲ ਜੇ ਰਿਪੋਰਟ ਕਰਨਾ ਰਿਪੋਰਟ ਕਰੋ, ਪਰ ਉਹਨਾਂ ਦੇ ਜਿਹੜੇ ਧਾਰਮਿਕ ਹੱਕ ਪੂਰੇ ਹੋਣੇ ਚਾਹੀਦੇ ਆ। ਇਹ ਵੀ ਦੱਸਦੀ ਜਾਈਏ ਜੇ ਹਰਮੀਤ ਕੌਰ ਢਿੱਲੋਂ ਨੋਮੀਨੇਟ ਹੁੰਦੀ ਆ ਤੇ ਉਹ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਦੇ ਬੌਸ ਹੋਣਗੇ, ਉਹਨਾਂ ਦੇ ਥੱਲੇ ਹੀ ਉਹਨਾਂ ਨੇ ਕੰਮ ਕਰਨਾ ਆ। ਸਿਵਲ ਰਾਈਟ ਡਿਵੀਜ਼ਨ ਨੂੰ ਹੈਡ ਤੋ ਕਰਨਾ ਉਹਨਾਂ ਨੇ ਅੱਜ ਆਪਣੀ ਹੀਅਰਿੰਗ ਦੇ ਵਿੱਚ ਵੀ ਦੱਸਿਆ ਆ ਪੋਲੀਟੀਕਲ ਸਾਈਲਮ ਕੇਸਿਸ ਨੂੰ ਲੈ ਕੇ, ਕਹਿੰਦੀ ਵੀ ਮੈਂ ਮੁਸਲਮਾਨਾਂ ਦੇ, ਜਿਊਜ਼ ਦੇ, ਹੋਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਕੇਸ ਖੁਦ ਲੜੇ ਆ, ਕਿਉਂਕਿ ਖੁਦ ਅਟਾਰਨੀ ਉਹਨਾਂ ਦੀ ਫਰਮ ਹੈਗੀ ਆ। ਬੁਲਿੰਗ ਨੂੰ ਲੈ ਕੇ ਸਿੱਖ ਕੋਲੀਸ਼ਨ ਵਾਲਿਆਂ ਦਾ ਕੁਐਸਚਨ ਸੀ ਵੀ ਸਿੱਖਾਂ ਦੀ ਹੁੰਦੀ ਆ, ਤੇ ਉਹਨੂੰ ਕਿਹਾ ਵੀ ਹਾਂ ਜਿਊਜ਼ ਦੀ ਵੀ ਹੁੰਦੀ ਆ, ਯੂਨੀਵਰਸਿਟੀਆਂ 'ਚ ਵੀ ਹੁੰਦੀ ਆ, ਤੇ ਮੈਂ ਤਾਂ ਉਹਨਾਂ ਦੇ ਕੇਸ ਲੜਦੀ ਰਹੀ ਆ UC ਬਰਕਲੇ ਦੇ ਅਗੇਂਸਟ ਵੀ। ਸੋ ਆਪਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਆਸ ਰੱਖਣੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ 'ਚ ਕਮਿਊਨਿਟੀ ਦੇ ਲਈ ਵਧੀਆ ਉਹ ਡਿਸਟ੍ਰਿਕਟ ਅਟਾਰਨੀ ਜੋ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਜੋ ਸਿਵਲ ਰਾਈਟਸ ਦੇ ਆ ਉਹ ਹੋਣਗੇ। ਜੀ ਬਿਲਕੁਲ, ਸਿਵਲ ਰਾਈਟਸ ਦੇ ਜਿਹੜੇ ਡਿਵੀਜ਼ਨ ਉਸ ਨੂੰ ਇਹ ਲੀਡ ਕਰਨਗੇ। ਸੋ ਅਟਾਰਨੀ ਜਨਰਲ ਤਾਂ ਇੱਕ ਹੀ ਹੁੰਦਾ ਹੈ, ਉਹਨਾਂ ਦੇ ਹੇਠਾਂ ਜਿਹੜੇ ਵੱਖ-ਵੱਖ ਡਿਵੀਜ਼ਨਸ ਨੂੰ ਜਿਹੜੇ ਲੀਡ ਕਰਨ ਵਾਲੇ ਉਹਨਾਂ ਨੂੰ ਫਿਰ ਅਸਿਸਟੈਂਟ ਅਟਾਰਨੀ ਜਨਰਲ ਆਖ ਦਿੱਤਾ ਜਾਂਦਾ ਹੈ। ਸੋ ਆਪਾਂ ਉਮੀਦ ਕਰਦੇ ਹਾਂ ਵੀ ਇਹਨਾਂ ਦੀ ਜਿਹੜੀ ਹੀਅਰਿੰਗ ਜਿਹੜੀ ਡਨ ਹੋ ਚੁੱਕੀ ਆ, ਇਵੈਂਚੁਅਲੀ ਜਿਹੜੀ ਇਹ ਕਮੇਟੀ ਚੋਂ ਨਿਕਲ ਕੇ ਤੇ ਫੁੱਲ ਸੈਨੇਟ ਕਨਫਰਮੇਸ਼ਨ ਜਿਹੜੀ ਇਹਨਾਂ ਦੀ ਹੋਵੇ ਤੇ ਇੱਕ ਵਧੀਆ ਜਿਹੜਾ ਰੋਲ ਆ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਵੀ ਨਿਭਾਉਣ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।